ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Students, till now we read about what is agriculture, types of farming, cropping pattern, food and non-food crops, technological and institutional reforms. So today we read about contribution of agriculture to the national economy, employment and output, means ਕਿ ਸਾਡੇ ਦੇਸ਼ ਦੀ ਇਕੋਨਮੀ ਅਰਥ ਵਿਵਸਥਾ ਵਿੱਚ ਆਮਦਨ ਦੇ ਵਿੱਚ ਐਗਰੀਕਲਚਰ ਦਾ ਖੇਤੀਬਾੜੀ ਦਾ ਕੀ ਯੋਗਦਾਨ ਆ। ਸਾਡੇ ਦੇਸ਼ ਦੀ ਪਾਪੂਲੇਸ਼ਨ ਨੂੰ ਕਿੰਨੇ ਪ੍ਰਤੀਸ਼ਤ ਲੋਕਾਂ ਨੂੰ ਇੰਪਲੋਇਮੈਂਟ ਰੁਜ਼ਗਾਰ ਦਿੱਤਾ ਹੋਇਆ ਐਗਰੀਕਲਚਰ ਨੇ, ਔਰ ਆਊਟਪੁੱਟ ਇਸ ਦੀ ਪ੍ਰੋਡਕਸ਼ਨ ਜੋ ਪੈਦਾਵਾਰ ਕਰਦੇ ਆ ਇਸ ਦਾ ਰਿਜ਼ਲਟ ਕੀ ਆ, ਲਾਸ ਔਰ ਪ੍ਰੋਫਿਟ ਕੀ ਆ ਸਾਡੇ ਕੋਲ। ਸੋ ਲੈਟਸ ਸਟਾਰਟ। ਐਗਰੀਕਲਚਰ ਹੈਜ਼ ਬੀਨ ਦਾ ਬੈਕਬੋਨ ਆਫ ਦਾ ਇੰਡੀਅਨ ਇਕੋਨਮੀ। ਕਹਿੰਦੇ ਆ ਐਗਰੀਕਲਚਰ ਖੇਤੀਬਾੜੀ ਭਾਰਤੀ ਇਕੋਨਮੀ ਅਰਥ ਵਿਵਸਥਾ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਕਹਿੰਦੇ ਕੀ ਹੋ ਰਿਹਾ ਹੈ, 1951 ਤੋਂ ਬਾਅਦ ਗ੍ਰੋਸ ਡੋਮੈਸਟਿਕ ਪ੍ਰੋਡਕਟ GDP ਦੇ ਵਿੱਚ ਇਸ ਦਾ ਹਿੱਸਾ ਲਗਾਤਾਰ ਘਟ ਰਿਹਾ ਹੈ। GDP ਆਪਾਂ ਇਮੈਜਿਨ ਕਰ ਸਕਦੇ ਹਾਂ, ਕੰਪੇਅਰ ਕਰ ਸਕਦੇ ਹਾਂ, ਜਿਵੇਂ ਸਾਡੇ ਪਰਿਵਾਰ ਦੇ ਵਿੱਚ 3 ਜਾਂ 4 ਮੈਂਬਰ ਨੇ, ਉਹਨਾਂ ਦੇ ਪ੍ਰਤੀ ਈਅਰ ਇੱਕ ਸਾਲ ਦੇ ਵਿੱਚ ਉਹ ਕਿੰਨਾ ਪੈਸਾ ਕਮਾਉਂਦੇ ਨੇ। ਉਹ ਸਾਰਿਆਂ ਦਾ ਆਕੂਪੇਸ਼ਨ ਅਲੱਗ ਹੈ, ਕੋਈ ਟੀਚਰ ਹੈ, ਕੋਈ ਲੇਬਰਮੈਨ ਹੈ, ਕੋਈ ਲਾਇਰ ਹੈ, ਕੋਈ ਆਪਣਾ ਟਰਾਂਸਪੋਰਟ ਦਾ ਕੰਮ ਕਰਦਾ ਪਿਆ ਹੈ। ਉਹਨਾਂ ਸਾਰਿਆਂ ਦੀ ਆਮਦਨ ਇੱਕ ਜਗ੍ਹਾ 'ਤੇ ਇਕੱਠੀ ਕਰੀਏ, ਉਸ ਆਮਦਨ ਵਿੱਚ ਟੀਚਿੰਗ ਵਾਲੇ ਨੇ ਕਿੰਨਾ ਹਿੱਸਾ ਪਾਇਆ, ਐਗਰੀਕਲਚਰ ਵਾਲੇ ਨੇ ਕਿੰਨਾ ਹਿੱਸਾ ਪਾਇਆ, ਉਸ ਦੇ ਵਿੱਚੋਂ ਕੀ ਪ੍ਰੋਡਕਸ਼ਨ ਆਈ ਆ, ਕੀ ਸਾਨੂੰ ਪ੍ਰੋਫਿਟ ਔਰ ਲਾਸ ਹੋਇਆ, ਉਹ ਸਾਰਾ ਕੁਛ ਅਸੀਂ GDP ਦੇ ਨਾਲ ਕੰਪੇਅਰ ਕਰ ਸਕਦੇ ਹਾਂ। ਇਸੇ ਤਰੀਕੇ ਨਾਲ ਇੱਕ ਦੇਸ਼ ਦੇ ਵਿੱਚ ਕਿੰਨੇ ਪ੍ਰੋਡਕਟ ਤਿਆਰ ਕੀਤੇ, ਕਿੰਨੀਆਂ ਇੰਡਸਟਰੀਜ਼ ਵਰਕ ਕਰਦੀਆਂ ਪਈਆਂ, ਉਹਨਾਂ ਦੀ ਪ੍ਰੋਡਕਸ਼ਨ ਕੀ ਆ, ਆਊਟਪੁੱਟ ਕੀ ਆ, ਔਰ ਉਸ GDP ਦੇ ਵਿੱਚ ਐਗਰੀਕਲਚਰ ਖੇਤੀਬਾੜੀ ਨੇ ਕੀ ਹਿੱਸਾ ਪਾਇਆ, ਇਸ ਦੀ ਇੱਥੇ ਹੁਣ ਗੱਲ ਕੀਤੀ ਜਾ ਰਹੀ ਹੈ ਕਿ ਪਿਛਲੇ ਕੁਝ ਸਮੇਂ ਤੋਂ GDP ਦੇ ਵਿੱਚ ਖੇਤੀਬਾੜੀ ਦਾ ਹਿੱਸਾ ਲਗਾਤਾਰ ਘਟ ਰਿਹਾ ਹੈ, ਖਾਸ ਕਰਕੇ 1951 ਤੋਂ ਬਾਅਦ ਵਿੱਚ। ਇੱਥੇ ਉਹਨਾਂ ਦੱਸਿਆ ਕਿ 2010-11 ਦੇ ਵਿੱਚ ਇੱਕ ਸਰਵੇ ਕੀਤਾ ਗਿਆ ਸੀ, ਜਿਸ ਦੇ ਵਿੱਚ ਦੱਸਿਆ ਗਿਆ ਕਿ ਸਾਡੇ ਦੇਸ਼ ਦੀ 52% ਪਾਪੂਲੇਸ਼ਨ ਖੇਤੀਬਾੜੀ ਔਰ ਇਸ ਦੇ ਨਾਲ ਸਹਾਇਕ ਧੰਦਿਆਂ ਦੇ ਨਾਲ ਸੰਬੰਧਿਤ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਮਤਲਬ ਸਾਡੇ ਦੇਸ਼ ਦੀ ਅੱਧ ਤੋਂ ਵੱਧ ਪਾਪੂਲੇਸ਼ਨ ਖੇਤੀਬਾੜੀ ਦੇ ਨਾਲ ਜੁੜ ਕੇ ਆਪਣੇ ਪਰਿਵਾਰ ਵਾਸਤੇ ਰੁਜ਼ਗਾਰ ਕਮਾ ਰਹੀ ਹੈ। ਦਾ ਡਿਕਲਾਈਨਿੰਗ ਸ਼ੇਅਰ ਆਫ ਐਗਰੀਕਲਚਰ, ਕਹਿੰਦੇ ਹੁਣ ਜਦੋਂ ਅਸੀਂ ਗੱਲ ਕਰਦੇ ਪਏ ਹਾਂ GDP ਦੇ ਵਿੱਚ ਐਗਰੀਕਲਚਰ ਖੇਤੀਬਾੜੀ ਦਾ ਯੋਗਦਾਨ ਘਟ ਰਿਹਾ ਹੈ, ਇਹ ਕਹਿੰਦੇ ਇੱਕ ਸੀਰੀਅਸ ਪ੍ਰੋਬਲਮ ਹੈ। ਇਸ ਕਰਕੇ ਸੀਰੀਅਸ ਆ ਕਹਿੰਦੇ ਕਿਉਂ, ਜਦੋਂ ਕਿਸੇ GDP ਦੇ ਵਿੱਚ ਕਿਸੇ ਡਿਪਾਰਟਮੈਂਟ ਦਾ ਹਿੱਸਾ ਖੜ੍ਹ ਜਾਂਦਾ ਮਤਲਬ ਨਾ ਉਹ ਵੱਧਦਾ ਪਿਆ ਹੈ ਨਾ ਘਟਦਾ ਪਿਆ ਪਿਛਲੇ ਕੁਝ ਸਾਲਾਂ ਤੋਂ, ਜਾਂ ਡਿਕਲਾਈਨ ਜਾਂ ਉਹਦਾ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਫਿਰ ਉਸ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਸਾਰੇ ਵਰਕ ਜਿਹੜੇ ਪ੍ਰਭਾਵਿਤ ਹੁੰਦੇ ਨੇ। ਜਿਵੇਂ ਹੁਣ ਐਗਰੀਕਲਚਰ ਦੇ ਵਿੱਚ 52% ਸਾਰੇ ਲੋਕ ਉਹ ਨਹੀਂ ਆ ਜੋ ਕਿ ਆਪਣੇ ਖੇਤਾਂ ਦੇ ਵਿੱਚ ਅਨਾਜ ਪੈਦਾ ਕਰਦੇ ਆ। ਇਸ 52% ਦੇ ਵਿੱਚ ਉਹ ਲੋਕ ਨੇ ਜੋ ਕਿਸਾਨਾਂ ਦੇ ਖੇਤਾਂ ਵਿੱਚ ਮਜ਼ਦੂਰੀ ਦਾ ਕੰਮ ਕਰਦੇ ਨੇ, ਜੋ ਵਪਾਰੀ ਲੋਕ ਕਿਸਾਨਾਂ ਦੀ ਫਸਲ ਜਿਹੜਾ ਖਰੀਦ ਕੇ ਅੱਗੇ ਵੇਚਦੇ ਨੇ, ਕੁਝ ਇੰਡਸਟਰੀਜ਼ ਲੋਕ ਨੇ ਜੋ ਕਿ ਕਿਸਾਨਾਂ ਦੇ ਪ੍ਰੋਡਕਟ ਖਰੀਦ ਕੇ ਰॉ ਮਟੀਰੀਅਲ ਉਸ ਨੂੰ ਯੂਜ਼ ਕਰਕੇ ਆਪਣੀਆਂ ਫੈਕਟਰੀਆਂ ਵਿੱਚ ਕੋਈ ਪ੍ਰੋਡਕਟ ਤਿਆਰ ਕਰਦੇ ਨੇ। ਅਗਰ ਹੁਣ ਕਿਸਾਨਾਂ ਦੀ GDP ਦੇ ਵਿੱਚ ਆਮਦਨ ਘਟ ਰਹੀ ਹੈ, ਐਗਰੀਕਲਚਰ ਦੀ ਆਮਦਨ ਘਟ ਰਹੀ ਹੈ, ਇਸ ਨਾਲ ਐਗਰੀਕਲਚਰ ਦੇ ਨਾਲ ਰਿਲੇਟਡ ਜਿੰਨੇ ਵੀ ਆਕੂਪੇਸ਼ਨ ਹੈ ਸਾਰੇ ਪ੍ਰਭਾਵਿਤ ਹੋਣਗੇ। ਉਹਨਾਂ ਸਾਰਿਆਂ ਦੇ ਉੱਪਰ ਇੱਕ ਬੈਡ ਇਫੈਕਟ ਪਏਗਾ, ਉਸ ਦਾ ਬੁਰਾ ਅਸਰ ਹੋਏਗਾ ਔਰ ਉਹਨਾਂ ਦਾ ਕਾਰਜ ਕੰਮ ਵੀ ਆਮਦਨ ਵੀ ਸਾਰਾ ਕੁਛ ਘਟਣਾ ਸ਼ੁਰੂ ਹੋ ਜਾਏਗਾ। ਸੋ ਇਸ ਕਰਕੇ ਉਹਨਾਂ ਨੇ ਆਖਿਆ ਕਿ ਇਹ ਇੱਕ ਸੀਰੀਅਸ ਪ੍ਰੋਬਲਮ ਹੈ। ਸਟੈਗਨੇਸ਼ਨ ਵਰਡ ਹੈ, ਸਟੈਗਨੇਸ਼ਨ ਦਾ ਮਤਲਬ ਹੁੰਦਾ ਕਿ ਇੱਕ ਜਗ੍ਹਾ 'ਤੇ ਖੜ੍ਹ ਜਾਣਾ, ਨਾ ਜਿਹੜਾ ਆਪਣਾ ਪ੍ਰੋਫਿਟ ਲਾਸ ਅੱਗੇ ਵਧਣਾ, ਨਾ ਹੀ ਪਿੱਛੇ ਨੂੰ ਹੋਣਾ, ਇੱਕੇ ਜਗ੍ਹਾ 'ਤੇ ਪਿਛਲੇ ਕੁਝ ਸਾਲਾਂ ਤੋਂ ਖੜ੍ਹ ਜਾਣਾ। ਹੁਣ ਕਹਿੰਦਾ ਸਾਡੇ ਦੇਸ਼ ਦੀ ਗੌਰਮੈਂਟ ਨੇ ਇਸ ਕੰਮ ਨੂੰ, ਇਸ ਪ੍ਰੋਬਲਮ ਨੂੰ ਸੀਰੀਅਸ ਲੈਂਦੇ ਹੋਏ ਕਿ ਖੇਤੀਬਾੜੀ ਦੇ ਨਾਲ ਇੰਨੀ ਪਾਪੂਲੇਸ਼ਨ ਜੁੜੀ ਹੋਈ ਆ, ਅਗਰ ਖੇਤੀਬਾੜੀ ਦੀ ਆਮਦਨ ਦੇ ਵਿੱਚ ਡਿਕਲਾਈਨੇਸ਼ਨ ਪਤਨ ਹੋਣਾ ਸ਼ੁਰੂ ਹੋਏਗਾ, ਘਟਣੀ ਸ਼ੁਰੂ ਹੋਏਗੀ, ਅਤੇ ਇਸ ਦੇ ਨਾਲ ਸਾਰੇ ਕੰਮ ਪ੍ਰਭਾਵਿਤ ਹੋਣਗੇ। ਸੋ ਗੌਰਮੈਂਟ ਨੇ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਐਸਟੈਬਲਿਸ਼ ਕੀਤੀ, ਮਤਲਬ ਇੱਕ ਕੌਂਸਲ ਬਣਾਈ ਜਿਸ ਦਾ ਨਾਮ ਰੱਖਿਆ ਗਿਆ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ, ਜਿਸ ਦਾ ਕੰਮ ਸੀ ਖੇਤੀਬਾੜੀ ਦੇ ਵਿੱਚ ਸੁਧਾਰ ਕਰਨਾ ਅਤੇ ਇਸ ਦੇ ਵਿੱਚ ਨਵੀਆਂ ਖੋਜਾਂ ਕਰਨੀਆਂ ਤਾਂ ਕਿ ਐਗਰੀਕਲਚਰ ਨੂੰ ਲਾਹੇਵੰਦ ਧੰਦਾ ਪ੍ਰੋਫਿਟ ਵਾਲਾ ਕੰਮ ਬਣਾਇਆ ਜਾ ਸਕੇ। ਸੋ ਇਸ ਨੇ ਕੀ ਕੀਤਾ, ਐਗਰੀਕਲਚਰ ਯੂਨੀਵਰਸਿਟੀ, ਵੈਟਰਨਰੀ ਸਰਵਿਸ, ਐਗਰੀਕਲਚਰ ਯੂਨੀਵਰਸਿਟੀ ਸਥਾਪਿਤ ਕੀਤੀਆਂ ਗਈਆਂ। ਵੈਟਰਨਰੀ ਸਰਵਿਸ ਮਤਲਬ ਪਸ਼ੂ ਪਾਲਣ, ਕਿਸਾਨ ਸਾਨੂੰ ਪਤਾ ਕਿ ਆਪਣੀ ਖੇਤੀਬਾੜੀ ਦੇ ਨਾਲ ਪਸ਼ੂ ਪਾਲਣ ਦਾ ਕੰਮ ਵੀ ਕਰਦੇ ਆ। ਸੋ ਕਿਸਾਨਾਂ ਦੀ ਹੈਲਪ ਵਾਸਤੇ ਵੈਟਰਨਰੀ ਸਰਵਿਸ, ਪਸ਼ੂ ਪਾਲਕ ਟ੍ਰੇਨਿੰਗ ਸੈਂਟਰ ਖੋਲ੍ਹੇ ਗਏ
ਅਤੇ ਲੋਕਾਂ ਨੂੰ ਪਸ਼ੂਆਂ ਦੀ ਸਿਹਤ ਸੰਬੰਧੀ ਜਾਣਕਾਰੀ ਔਰ ਸੰਭਾਲ ਵਾਸਤੇ ਡਾਕਟਰਾਂ ਦੀ ਨਿਯੁਕਤੀ ਕੀਤੀ ਗਈ। ਐਨੀਮਲ ਬਰੀਡਿੰਗ ਸੈਂਟਰਸ ਅਤੇ ਕੁਝ ਐਨੀਮਲ ਬਰੀਡਿੰਗ ਸੈਂਟਰਸ ਅਪਣਾਏ ਗਏ, ਖੋਲ੍ਹੇ ਗਏ, ਜਿਨ੍ਹਾਂ ਵਿੱਚ ਨਵੀਆਂ ਪਸ਼ੂਆਂ ਦੀਆਂ ਪ੍ਰਜਾਤੀਆਂ ਜਿਹੜੀਆਂ ਉਹ ਡਿਵੈਲਪ ਕੀਤੀਆਂ ਗਈਆਂ। ਜਿਵੇਂ ਆਪਾਂ ਦੇਖੀਏ ਪੁਰਾਣੇ ਸਮੇਂ ਦੇ ਵਿੱਚ ਆਪਣੇ ਕੋਲ ਜ਼ਿਆਦਾਤਰ ਰੈੱਡ ਔਰ ਬਰਾਊਨ ਕਲਰ ਦੀਆਂ ਜਿਹੜੀਆਂ ਕਾਊਸ ਹੁੰਦੀਆਂ ਸੀ। ਹੁਣ ਅਸੀਂ ਆਪਣੇ ਚਾਰ ਚੁਫੇਰੇ ਦੇਖਿਆ ਜਿਨ੍ਹਾਂ ਲੋਕਾਂ ਨੇ ਪਸ਼ੂ ਰੱਖਿਆ ਉਹਨਾਂ ਦੇ ਕੋਲ ਕਈ ਪ੍ਰਕਾਰ ਦੇ ਪਸ਼ੂ ਨੇ, ਜਿਨ੍ਹਾਂ ਨੂੰ ਅਸੀਂ ਵਿਦੇਸ਼ੀ ਨਸਲਾਂ ਜਾਂ ਅਮੈਰੀਕਨ ਕਾਊਸ ਐਕਸੈਟਰਾ ਕਈ ਸਬ ਪਾਰਟਸ ਵਿੱਚ ਡਿਵਾਈਡ ਕਰ ਲੈਂਦੇ ਹਾਂ। ਸੋ ਇਹ ਸਾਰਾ ਕੁਝ ਪੋਸੀਬਲ ਹੋਇਆ ਕਿ ਜੋ ਵੀ ਅਮੈਰੀਕਾ ਜਾਂ ਫੋਰਨ ਦੇ ਵਿੱਚ ਪਸ਼ੂ ਪਾਲੇ ਜਾਂਦੇ ਸੀ ਉਹਨਾਂ ਦੇ ਜੀਨਸ ਲੈ ਕੇ ਸਾਡੇ ਇੱਥੇ ਇੰਡੀਆ ਦੇ ਪਸ਼ੂਆਂ ਦੇ ਨਾਲ ਉਹ ਜੀਨਸ ਮਿਲਾ ਕੇ ਨਵੀਂ ਇੱਕ ਬਰੀਡ ਤਿਆਰ ਕੀਤੀ ਗਈ, ਨਵੇਂ ਪਸ਼ੂਆਂ ਦਾ ਨਿਰਮਾਣ ਕੀਤਾ ਗਿਆ। ਸੋ ਨੈਕਸਟ ਆ ਜਾਂਦਾ ਸਾਡੇ ਕੋਲ ਹਾਰਟੀਕਲਚਰ ਡਿਵੈਲਪਮੈਂਟ, ਜੋ ਸਾਡੇ ਕੋਲ ਫਰੂਟਸ, ਫਲਾਵਰਸ, ਵੈਜੀਟੇਬਲਸ ਐਕਸੈਕਟਰਾ ਦੀ ਖੇਤੀਬਾੜੀ ਸੀ, ਇਹਦੇ ਵਿੱਚ ਡਿਵੈਲਪਮੈਂਟ ਕੀਤੀ ਗਈ। ਕੁਝ ਅਜਿਹੀਆਂ ਤਕਨੀਕਸ ਅਪਣਾਈਆਂ ਗਈਆਂ ਜਿਸ ਦੇ ਨਾਲ ਫਰੂਟਸ, ਫਲਾਵਰਸ ਔਰ ਵੈਜੀਟੇਬਲ ਦੀ ਪ੍ਰੋਡਕਸ਼ਨ ਦੇ ਵਿੱਚ ਵਾਧਾ ਕੀਤਾ ਜਾ ਸਕੇ ਔਰ ਜੇ ਕੋਈ ਪਲਾਂਟ ਮਿਨੀਮਮ ਜਾਂ ਘੱਟੋ ਘੱਟ ਟੈਂਪਰੇਚਰ ਵਿੱਚ ਜੀਵਤ ਰਹਿਣ ਵਾਲਾ ਹੈ ਉਸ ਦੀ ਸਪੈਸੀ ਦੇ ਵਿੱਚ ਇੰਪਰੂਵਮੈਂਟ ਕੀਤੀ ਜਾਵੇ ਕਿ ਅਗਰ ਟੈਂਪਰੇਚਰ ਵੱਧ ਵੀ ਜਾਂਦਾ ਹੈ ਅਤੇ ਉਸ ਵਧੇ ਹੋਏ ਟੈਂਪਰੇਚਰ ਵਿੱਚ ਵੀ ਇਹ ਪਲਾਂਟ ਜਿਹੜਾ ਗਰੋ ਕਰ ਸਕੇ। ਐਗਜ਼ੈਂਪਲ ਦੇ ਤੌਰ 'ਤੇ ਦੇਖੋ ਸਾਡੇ ਕੋਲ 2 ਟਰੀ ਨੇ, ਇੱਕ ਅਸੀਂ ਟਰੀ ਉਗਾਇਆ ਹੋਇਆ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਿੱਥੇ ਕਿ ਟੈਂਪਰੇਚਰ 1 to 15 ਦੇ ਵਿੱਚ ਬਿਟਵੀਨ। ਇੱਕ ਪਲਾਂਟ ਅਸੀਂ ਲਗਾਇਆ ਪੰਜਾਬ ਦੇ ਵਿੱਚ ਜਿੱਥੇ ਟੈਂਪਰੇਚਰ 1 to 25 ਡਿਗਰੀ ਸੈਲਸੀਅਸ ਦੇ ਵਿੱਚ ਹੈ। ਹੁਣ ਇੱਕ ਨਵਾਂ ਪਲਾਂਟ ਗਰੋ ਕਰਨ ਵਾਸਤੇ ਕੀ ਕੀਤਾ ਜਾਂਦਾ ਹੈ ਕਿ ਇੱਕ ਛੋਟਾ ਪਲਾਂਟ ਜਦੋਂ ਉਗਾਇਆ ਜਾਂਦਾ ਆਪਾਂ ਇਸ ਦੇ ਨਾਲ ਘੱਟ ਟੈਂਪਰੇਚਰ ਵਾਲੇ ਪਲਾਂਟ ਦੀ ਇੱਕ ਛੋਟੀ ਜਿਹੀ ਬ੍ਰਾਂਚ ਜੋ ਉਸ ਦੀ ਪਿਉਂਦ ਬੋਲਦੇ ਆਪਾਂ ਉਸ ਦੀ ਬ੍ਰਾਂਚ ਕੱਟ ਕੇ ਇਸ ਛੋਟੇ ਪਲਾਂਟ ਦੇ ਨਾਲ ਮਿਕਸ ਕਰਕੇ ਲਗਾ ਦਿੱਤੀ ਜਾਂਦੀ ਹੈ। ਜਦੋਂ ਹੁਣ ਇਹ ਜਿਉਂ ਪੌਦਾ ਗਰੋ ਕਰੇਗਾ ਇਹ ਨਾਲ ਲਗਾਈ ਹੋਈ ਬ੍ਰਾਂਚ ਬਿਲਕੁਲ ਇਸ ਦੇ ਨਾਲ ਮਰਜ ਕਰ ਜਾਏਗੀ, ਜਿਸ ਤਰੀਕੇ ਨਾਲ 2 ਅਲੱਗ-ਅਲੱਗ ਪੌਦਿਆਂ ਦੀਆਂ ਬ੍ਰਾਂਚਿਸ ਹੋਣ ਦਾ ਕਰਕੇ ਕੁਝ ਨਵੇਂ ਪਲਾਂਟ ਦੇ ਵਿੱਚ ਲੱਛਣ ਇਸ ਹਾਈ ਟੈਂਪਰੇਚਰ ਵਾਲੇ ਪਲਾਂਟ ਦੇ ਔਰ ਕੁਛ ਲੋ ਟੈਂਪਰੇਚਰ ਵਾਲੇ ਪਲਾਂਟ ਦੇ ਮਿਕਸ ਹੋ ਜਾਣਗੇ, ਜਿਸ ਦੇ ਨਾਲ ਇੱਕ ਨਵਾਂ ਪੌਦਾ ਤਿਆਰ ਹੋਏਗਾ ਜੋ ਕਿ ਇਹਨਾਂ ਦੋਨਾਂ ਟੈਂਪਰੇਚਰ ਬਿਟਵੀਨ ਜੋ ਟੈਂਪਰੇਚਰ ਆ ਜਾਂਦਾ ਹੈ ਜਾਂ ਇਸ ਤੋਂ ਵੱਧ ਟੈਂਪਰੇਚਰ ਹੋ ਜਾਂਦਾ ਹੈ ਉਸ ਟੈਂਪਰੇਚਰ ਦੇ ਵਿੱਚ ਗਰੋ ਕਰਨ ਦੇ ਏਬਲ ਹੋ ਜਾਂਦਾ ਇਹ ਨਵਾਂ ਗਰੋ ਕੀਤਾ ਪਲਾਂਟ, ਜਿਸ ਨੂੰ ਅਸਾਂ ਪਿਉਂਦ ਵਾਲਾ ਪਲਾਂਟ ਕਹਿ ਸਕਦੇ ਹਾਂ ਕਿ ਮਤਲਬ ਇਹ ਪੈਂਦੀ ਬੂਟਾ ਹੈ। ਸੋ ਪਿਉਂਦ ਜਿਹੜੀ ਇਸੇ ਤਰੀਕੇ ਦੇ ਨਾਲ ਤਿਆਰ ਕੀਤੀ ਜਾਂਦੀ ਕਿ ਇੱਕ ਬ੍ਰਾਂਚ ਕਿਸੇ ਹੋਰ ਟਰੀ ਦੀ ਲੈ ਲੈਣੀ ਆ, ਦੂਸਰੀ ਬ੍ਰਾਂਚ ਕਿਸੇ ਹੋਰ ਟਰੀ ਦੀ ਲੈ ਲੈਣੀ, ਉਹਨਾਂ ਦੋਨਾਂ ਨੂੰ ਇਕੱਠੀਆਂ ਕਰਕੇ ਮਿਲਾ ਦੇਣਾ ਹੈ। ਜਿਉਂ ਪੌਦਾ ਗਰੋ ਕਰੇਗਾ ਉਹ ਦੋਨੋਂ ਬ੍ਰਾਂਚਿਸ ਮਰਜ ਹੋ ਕੇ ਇੱਕ ਹੋ ਜਾਣਗੀਆਂ। ਸੋ ਨੈਕਸਟ ਸਾਡੇ ਕੋਲ ਆਉਂਦਾ ਹੈ ਡਿਵੈਲਪਮੈਂਟ ਇਨ ਦਾ ਫੀਲਡ ਆਫ ਦਾ ਮਟੀਰੀਓਲੋਜੀ ਐਂਡ ਦਾ ਵੈਦਰ ਫੋਰਕਾਸਟ। ਇਸ ਤੋਂ ਇਲਾਵਾ ਕਹਿੰਦੇ ਮੌਸਮ ਵਿਗਿਆਨ ਦੇ ਵਿੱਚ ਜਿਹੜਾ ਵਿਕਾਸ ਕੀਤਾ ਗਿਆ ਹੈ, ਹੁਣ ਕਿਸਾਨਾਂ ਨੂੰ ਕਦੋਂ ਬਾਰਿਸ਼ ਹੋਣੀ ਆ, ਕਦੋਂ ਹਵਾਵਾਂ ਚੱਲ ਸਕਦੀਆਂ ਹੈ, ਆਉਣ ਵਾਲੇ ਦਿਨਾਂ ਵਿੱਚ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ, ਇਹਦੀ ਸਾਰੀ ਪਹਿਲਾਂ ਅਗਾਊਂ ਜਾਣਕਾਰੀ ਇਨਫੋਰਮੇਸ਼ਨ ਦੇ ਦਿੱਤੀ ਜਾਂਦੀ ਹੈ ਤਾਂ ਕਿ ਕਿਸਾਨਾਂ ਨੇ ਆਪਣੀ ਫਸਲ ਨੂੰ ਪਾਣੀ ਲਗਾਉਣਾ ਜਾਂ ਉਹਦੀ ਸਾਂਭ ਸੰਭਾਲ ਕਰਨੀ ਆ, ਸਾਰਾ ਕੁਝ ਮੌਸਮ ਵਾਲੇ ਨੁਕਸਾਨ ਤੋਂ ਹੋਣ ਤੋਂ ਪਹਿਲਾਂ ਉਹ ਕਰ ਸਕਣ। ਅਗਰ ਬਾਰਿਸ਼ ਹੋਣ ਵਾਲੀ ਹੈ ਤਾਂ ਕਿਸਾਨ ਇਰੀਗੇਸ਼ਨ ਆਪਣੇ ਖੇਤਾਂ ਨੂੰ ਨਾ ਕਰੇ ਕਿਉਂਕਿ ਜ਼ਿਆਦਾ ਪਾਣੀ ਹੋਣ ਦੇ ਨਾਲ ਵੀ ਫਸਲ ਨੂੰ ਜਿਹੜਾ ਡੈਮੇਜ ਹੋਣ ਦਾ ਖਤਰਾ ਹੁੰਦਾ, ਇਸ ਕਰਕੇ ਕਿਸਾਨ ਹੁਣ ਆਪਣੀ ਫਸਲ ਨੂੰ ਇਰੀਗੇਸ਼ਨ ਕਰਨ ਤੋਂ ਪਹਿਲਾਂ ਹੀ ਮੌਸਮ ਵਿਗਿਆਨ ਦੀ ਹੈਲਪ ਲੈਂਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ। ਸੋ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਇਸ ਦੇ ਵਿੱਚ were given priority of for improving Indian agriculture. Apart from this, improving the rural infrastructure was also considered essential for the same. ਇਸ ਤੋਂ ਇਲਾਵਾ ਕਹਿੰਦੇ ਰੂਰਲ ਏਰੀਏ ਪਿੰਡਾਂ ਦੇ ਵਿੱਚ ਜੋ ਏਰੀਆ ਸੀ ਉਹਨਾਂ ਦੇ ਇਨਫਰਾਸਟਰਕਚਰ ਵਿੱਚ ਵੀ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮਤਲਬ ਪਿੰਡਾਂ ਦੇ ਕੋਲ ਹਸਪਤਾਲ, ਪਸ਼ੂ ਹਸਪਤਾਲ ਖੋਲ੍ਹਣ ਦੀ ਜਿਹੜੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੰਡੀਆਂ ਵਗੈਰਾ ਜਾਂ ਸੁਸਾਇਟੀਆਂ ਵਗੈਰਾ ਖੋਲ੍ਹ ਕੇ ਕਿਸਾਨਾਂ ਨੂੰ ਜਿਹੜਾ ਵਾ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਫਾਈਂਡ ਆਊਟ ਵਾਈ ਐਨ ਇੰਡੀਅਨ ਫਾਰਮਰ ਡੈਡ ਨੋਟ ਵਾਂਟ ਹਿਜ਼ ਸਨ ਟੂ ਬਿਕਮ ਏ ਫਾਰਮਰ। ਕਿ ਭਾਰਤ ਦਾ ਕਿਸਾਨ ਕਿਉਂ ਨਹੀਂ ਚਾਹੁੰਦਾ ਕਿ ਉਸ ਦਾ ਪੁੱਤਰ ਵੀ ਅੱਗੇ ਇੱਕ ਕਿਸਾਨ ਬਣੇ। ਇਸ ਕੁਐਸਚਨ ਦਾ ਆਨਸਰ ਆਪਣੇ ਥੋਟਸ ਦੇ ਅਨੁਸਾਰ ਆਪਣੇ ਵਟਸਐਪ ਵਿੱਚ ਰਾਈਟ ਕਰਕੇ ਸਾਨੂੰ ਸੈਂਡ ਕਰ ਦੇਣਾ ਹੋਮਵਰਕ ਦੇ ਨਾਲ ਹੀ, ਫਿਰ ਤੁਹਾਡਾ ਆਨਸਰ ਚੈੱਕ ਕਰ ਲਿਆ ਜਾਏ ਕਿ ਇਹ ਰਾਈਟ ਹੈ ਜਾਂ ਰੋਂਗ ਹੈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਫਰੋਮ ਦਾ ਟੇਬਲ 4.1 ਇਟ ਇਜ਼ ਕਲੀਅਰ ਡੈਟ though the GDP growth rate is increasing over the year, it is not generating sufficient employment opportunity in the country. The growth rate in agriculture has been decelerating, which is an alarming situation. Today, Indian farmers are facing a big challenge from the international competition and reduction in the public investment.
ਇਹ ਸਾਨੂੰ ਉਹਨਾਂ ਨੇ ਟੇਬਲ ਦਿੱਤਾ ਹੈ GDP ਦੀ ਗਰੋਥ ਦੇ ਅਨੁਸਾਰ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ 2013-14 ਵਿੱਚ GDP ਦੇ ਵਿੱਚ ਇੰਡੀਆ ਦਾ ਐਗਰੀਕਲਚਰ ਦਾ ਹਿੱਸਾ 4.2 ਸੀ। 2014-15 ਦੇ ਵਿੱਚ -0.2 ਹੋ ਗਿਆ। 2015-16 ਦੇ ਵਿੱਚ 1.1 ਰਹਿ ਗਿਆ। ਇੰਡਸਟਰੀ ਦਾ 5.0, 5.9, 7.3, 7.8, 10.3, 9.2। ਮਤਲਬ ਇਹ ਦੱਸਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਇੱਥੇ ਕਿ ਬੇਸ਼ੱਕ ਇਹਨਾਂ ਦੋਨਾਂ ਦਾ GDP ਦੇ ਵਿੱਚ ਹਿੱਸਾ ਕਾਫੀ ਜ਼ਿਆਦਾ ਹੈ, ਪਰ ਇਹ ਜਿੰਨਾ ਐਗਰੀਕਲਚਰ ਆਪਣੇ ਲੋਕਾਂ ਨੂੰ ਇੰਪਲੋਏ ਕਰਦੀ ਆ, ਰੁਜ਼ਗਾਰ ਦਿੰਦੀ ਆ, ਉਹਨਾਂ ਰੁਜ਼ਗਾਰ ਇਹ ਦੋਨੋਂ ਇੰਡਸਟਰੀਆਂ ਆਪਣੀ ਪਾਪੂਲੇਸ਼ਨ ਨੂੰ ਨਹੀਂ ਪ੍ਰੋਵਾਈਡ ਕਰ ਰਹੀਆਂ, ਕਿਉਂਕਿ ਇਹਨਾਂ ਦਾ ਬਹੁਤ ਸਾਰਾ ਕੰਮ ਜਿਹੜਾ ਮਸ਼ੀਨੀਕਰਨ ਦਾ ਕਰਕੇ, ਕੰਪਿਊਟਰੀਕਰਨ ਦਾ ਕਰਕੇ ਇੱਥੇ ਘੱਟ ਲੋਕਾਂ ਦੀ ਲੋੜ ਪੈਂਦੀ ਆ, ਘੱਟ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਹੁੰਦਾ ਹੈ। ਹੁਣ ਤੁਸੀਂ ਆਪਣੇ ਆਸ-ਪਾਸ ਦੇ ਇਲਾਕੇ ਦੇ ਵਿੱਚ ਵੇਖੋ, ਪਿੰਡ ਦੇ ਵਿੱਚ ਦੇਖੋ ਕਿੰਨੇ ਕਿਸਾਨ ਜਿਹੜਾ ਖੇਤੀਬਾੜੀ ਕਰਦੇ ਪਏ ਆ। ਫਿਰ ਉਸ ਖੇਤੀਬਾੜੀ ਦੇ ਨਾਲ ਸੰਬੰਧਿਤ ਜੋ ਕਿਸਾਨ ਹੈ, ਮਜ਼ਦੂਰ ਆ, ਉਹਨਾਂ ਦੇ ਨਾਲ ਕੰਪੇਅਰ ਕਰਕੇ ਬਾਕੀ ਸਰਵਿਸਮੈਨ ਨੇ ਜੋ ਪਿੰਡ ਦੇ ਵਿੱਚ, ਦੇਖੋ ਕਿ ਗਿਣਤੀ ਕਿੰਨਾ ਦੀ ਜ਼ਿਆਦਾ ਹੈ। ਤੁਸੀਂ ਦੇਖੋਗੇ ਕਿ ਐਗਰੀਕਲਚਰ ਔਰ ਐਗਰੀਕਲਚਰ ਦੇ ਨਾਲ ਡਿਪੈਂਡ ਜੋ ਲੇਬਰਮੈਨ ਆ, ਉਹਨਾਂ ਦੀ ਗਿਣਤੀ ਜ਼ਿਆਦਾ ਹੋਏਗੀ। ਇੰਡਸਟਰੀ ਦੇ ਵਿੱਚ ਕੋਈ ਫੈਕਟਰੀ ਦੇ ਵਿੱਚ ਕੰਮ ਕਰਨ ਜਾਂਦਾ ਹੈ, ਜਾਂ ਕੋਈ ਸਰਵਿਸਮੈਨ ਆ, ਸਰਵਿਸਮੈਨ ਮਤਲਬ ਕੋਈ ਲਾਇਰ ਆ, ਕੋਈ ਟੀਚਰ ਹੈ, ਡਾਕਟਰ ਹੈ, ਕਿਸੇ ਤਰ੍ਹਾਂ ਦੀ ਵੀ ਸਰਵਿਸ ਦਿੰਦਾ ਹੈ, ਉਹਨਾਂ ਦੀ ਗਿਣਤੀ ਸਾਡੇ ਕੋਲ ਬਹੁਤ ਘੱਟ ਹੋਏਗੀ। ਜਦ ਕਿ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੋਏਗੀ, ਪਰ ਫਿਰ ਵੀ GDP ਦੇ ਵਿੱਚ ਇਹਨਾਂ ਦਾ ਹਿੱਸਾ ਘਟਦਾ ਜਾ ਰਿਹਾ ਹੈ, ਔਰ ਪਰ ਰੁਜ਼ਗਾਰ ਇਹ ਐਗਰੀਕਲਚਰ ਜ਼ਿਆਦਾ ਪ੍ਰੋਵਾਈਡ ਕਰਦੀ ਹੈ। ਸੋ ਇੱਥੇ ਉਹਨਾਂ ਨੇ ਸਾਡੇ ਕੋਲ ਆਖਿਆ ਹੈ ਕਿ ਇੰਡੀਅਨ ਫਾਰਮਰ ਆਰ ਫੇਸਿੰਗ ਏ ਬਿਗ ਚੈਲੰਜ, ਕਿ ਇਹਦਾ ਕਾਰਨ ਇੱਕ ਹੋ ਰਿਹਾ ਕਿ ਭਾਰਤ ਦੇ ਕਿਸਾਨਾਂ ਨੂੰ ਜਿਹੜਾ ਇੰਟਰਨੈਸ਼ਨਲ ਕੰਪੀਟੀਸ਼ਨ ਦੇ ਵਿੱਚ ਇੱਕ ਮੁਸ਼ਕਿਲ ਆ ਰਹੀ ਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਜੋ ਕਿਸਾਨ ਕੰਮ ਕਰਦੇ ਆ, ਜੋ ਫਸਲਾਂ ਅੰਤਰਰਾਸ਼ਟਰੀ ਪੱਧਰ 'ਤੇ ਵਿਕਦੀਆਂ ਨੇ, ਜੋ ਫਸਲਾਂ ਦੂਸਰੇ ਫੋਰਨ ਦੇਸ਼ਾਂ ਵੱਲੋਂ ਉਗਾਈਆਂ ਜਾਂਦੀਆਂ ਨੇ, ਭਾਰਤ ਦੀਆਂ ਫਸਲਾਂ ਉਹਨਾਂ ਫਸਲਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ, ਕਿਉਂਕਿ ਭਾਰਤ ਦੀਆਂ ਫਸਲਾਂ ਦੇ ਵਿੱਚ ਕੋਈ ਨਾ ਕੋਈ ਕਮੀ ਪਾਈ ਜਾਂਦੀ ਹੈ। ਫੋਰ ਐਨ ਐਗਜ਼ਾਮਪਲ, ਅੱਜ ਤੋਂ ਕੁਝ ਸਾਲ ਪਹਿਲਾਂ ਆਪਾਂ ਦੇਖੀਏ, ਆਪਾਂ ਬਾਸਮਤੀ ਦੀ ਇੱਕ ਕਿਸਮ ਬੀਜਦੇ ਹਾਂ 1121। ਅੱਜ ਤੋਂ ਕੁਝ 3-4 ਸਾਲ ਪਹਿਲਾਂ ਇਸ ਕਿਸਮ ਦਾ ਰੇਟ 4000 ਤੋਂ 5000 ਰੁਪਇਆ ਸੀ, ਪਰ ਅੱਜ ਹੁਣ ਪਿਛਲੇ 2-3 ਸਾਲਾਂ ਤੋਂ ਲਗਾਤਾਰ ਇਹ 2000 ਤੋਂ 3000 ਦੇ ਵਿੱਚ ਵਿਕਦੀ ਆ। ਇਹਦਾ ਕਾਰਨ ਕੀ ਹੈ ਕਿ ਭਾਰਤ ਦੀ 1121 ਜਦੋਂ ਮਹਿੰਗੇ ਰੇਟ 'ਤੇ ਵਿਕੀ, ਉਹ ਇਰਾਕ ਬਗਦਾਦ ਦੇ ਵਿੱਚ ਵਿਕਣ ਵਾਸਤੇ ਗਈ ਸੀ। ਉੱਥੋਂ ਦੇ ਲੋਕਾਂ ਨੇ, ਉੱਥੋਂ ਦੀ ਗੌਰਮੈਂਟ ਨੇ ਇਹ ਬਾਸਮਤੀ ਖਰੀਦੀ ਸੀ, ਪਰ ਦੂਸਰੀ ਸਾਈਡ 'ਤੇ ਉੱਥੇ ਹੁਣ ਇੱਕ ਤੇ ਕੋਈ ਡਿਸਟਰਬੈਂਸ ਦਾ ਕਰਕੇ ਵਪਾਰ ਬੰਦ ਹੋ ਗਿਆ। ਦੂਸਰੀ ਸਾਈਡ 'ਤੇ ਉੱਥੋਂ ਦੀਆਂ ਜੋ ਲੈਬ ਸੀ ਉਹਨਾਂ ਦੇ ਵਿੱਚ ਟੈਸਟਿੰਗ ਕੀਤੀ ਗਈ, ਔਰ ਭਾਰਤ ਦੀ ਬਾਸਮਤੀ ਦੇ ਵਿੱਚ ਕੈਮੀਕਲ ਜ਼ਿਆਦਾ ਹੋਣ ਦਾ ਕਰਕੇ ਇਹਦੇ ਸੈਂਪਲ ਫੇਲ ਹੋ ਗਏ। ਫੋਰਨ ਕੰਟਰੀਜ਼ ਨੇ ਸਾਡੀਆਂ ਫਸਲਾਂ ਖਰੀਦਣੀਆਂ ਬੰਦ ਕਰ ਦਿੱਤੀਆਂ, ਜਿਸ ਦੇ ਨਾਲ ਇਸ ਫਸਲ ਦਾ ਰੇਟ ਜਿਹੜਾ ਦਿਨੋਂ ਦਿਨ ਲਗਾਤਾਰ ਘਟਦਾ ਗਿਆ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਸਬਸਿਡੀ ਔਨ ਦਾ ਫਰਟੀਲਾਈਜ਼ਰ ਇਜ਼ ਡਿਕਰੀਜ਼ ਲੀਡਿੰਗ ਇਨ ਟੂ ਇਨਕਰੀਜ਼ ਇਨ ਦਾ ਕਾਸਟ ਆਫ ਪ੍ਰੋਡਕਸ਼ਨ। ਕਹਿੰਦੇ ਹੋਰ ਕਾਰਨ ਇਹ ਕਿ ਕਿਸਾਨਾਂ ਨੂੰ ਜੋ ਖਾਦਾਂ ਅਤੇ ਦਵਾਈਆਂ 'ਤੇ ਸਬਸਿਡੀ ਦਿੱਤੀ ਜਾਂਦੀ ਸੀ, ਸਰਕਾਰ ਵੱਲੋਂ ਘਟਾ ਦਿੱਤੀ ਗਈ ਹੈ, ਜਿਸ ਨਾਲ ਕਿਸਾਨ ਦੀ ਜਿਹੜਾ ਆਮਦਨ ਵੱਧ ਚੁੱਕੀ ਹੈ। Moreover, a reduction in the import duties on agricultural products have proved determined to agriculture in the country। ਇਸ ਤੋਂ ਇਲਾਵਾ ਕਹਿੰਦੇ ਆ ਜਦੋਂ ਹੋਰ ਕੋਈ ਦੇਸ਼ ਦੇ ਲੋਕ ਸਾਡੇ ਦੇਸ਼ ਵਿੱਚ ਆਪਣੇ ਖੇਤੀਬਾੜੀ ਦੇ ਬਣੇ ਪ੍ਰੋਡਕਟ ਜਾਂ ਖੇਤੀਬਾੜੀ ਦਾ ਸਮਾਨ ਵੇਚਣਾ ਚਾਹੁੰਦੇ ਆ, ਸਾਡੇ ਦੇਸ਼ ਵਿੱਚ ਉਹ ਪ੍ਰੋਡਕਟ ਜਦੋਂ ਐਂਟਰ ਕਰਦਾ ਹੈ ਉਸ ਦੇ ਉੱਪਰ ਇੰਪੋਰਟ ਆਯਾਤ ਡਿਊਟੀ ਜਿਹੜੀ ਉਹ ਕਾਫੀ ਘਟਾ ਦਿੱਤੀ ਗਈ ਆ, ਜਿਸ ਦੇ ਨਾਲ ਫੋਰਨ ਤੋਂ ਆਉਣ ਵਾਲਾ ਪ੍ਰੋਡਕਟ ਸਾਡੇ ਦੇਸ਼ ਵਿੱਚ ਪੈਦਾ ਹੋਏ ਪ੍ਰੋਡਕਟ ਤੋਂ ਸਸਤਾ ਹੁੰਦਾ ਹੈ, ਅਤੇ ਲੋਕ ਸਾਡੇ ਦੇਸ਼ ਦਾ ਪ੍ਰੋਡਕਟ ਛੱਡ ਕੇ ਬਾਹਰਲੇ ਦੇਸ਼ ਤੋਂ ਆਇਆ ਪ੍ਰੋਡਕਟ ਖਰੀਦ ਲੈਂਦੇ, ਜਿਸ ਨਾਲ ਸਾਡੇ ਕਿਸਾਨਾਂ ਨੂੰ ਜਿਹੜਾ ਵਾ ਡਬਲ ਨੁਕਸਾਨ ਹੋ ਰਿਹਾ ਹੈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਫਾਰਮਰਸ ਆਰ ਵਿਦਡਰਾਇੰਗ ਦੇਅਰ ਇਨਵੈਸਟਮੈਂਟ ਫਰੋਮ ਐਗਰੀਕਲਚਰ ਕਾਜ਼ਿੰਗ ਏ ਡਾਊਨਫਾਲ ਇਨ ਦਾ ਐਮਪਲੋਇੰਗ ਐਟ ਐਗਰੀਕਲਚਰ। ਸੋ ਇਹੋ ਜਿਹੀਆਂ ਪ੍ਰੋਬਲਮਾਂ ਦਾ ਸਮੱਸਿਆਵਾਂ ਦਾ ਕਾਰਨ ਕਿਸਾਨ ਵਿਦਡਰਾਇੰਗ ਪਿੱਛੇ ਹੋ ਰਿਹਾ ਹੈ ਕਿ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਇਨਵੈਸਟ ਨਹੀਂ ਕਰਨਾ ਚਾਹੁੰਦੇ, ਖੇਤੀਬਾੜੀ ਦੇ ਉੱਪਰ ਜ਼ਿਆਦਾ ਖਰਚ ਨਹੀਂ ਕਰਨਾ ਚਾਹੁੰਦੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਇੱਕ ਘਾਟੇ ਦਾ ਸੌਦਾ ਹੈ, ਔਰ ਇਸ ਦੇ ਪ੍ਰਾਈਸਿਸ ਔਰ ਇਸ ਤੋਂ ਹੋਣ ਵਾਲੀ ਆਮਦਨ ਲਗਾਤਾਰ ਜਿਹੜੀ ਘਟ ਰਹੀ ਹੈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਵੈਨ ਫਾਰਮਰਸ ਹੈਵ ਬੀਨ ਫੇਸਿੰਗ ਸੋ ਮੈਨੀ ਪ੍ਰੋਬਲਮਸ ਐਂਡ ਲੈਂਡ ਅੰਡਰ ਐਗਰੀਕਲਚਰ ਇਟ ਡਿਕਰੀਜ਼ਿੰਗ, ਕੈਨ ਵੀ ਥਿੰਕ ਆਫ ਐਲਟਰਨੇਟਿਵ ਇੰਪਲੋਇਮੈਂਟ ਓਪਰਚੁਨਿਟੀ ਇਨ ਦਾ ਐਗਰੀਕਲਚਰ ਸੈਕਟਰ। ਕਹਿੰਦੇ ਜਦੋਂ ਕਿਸਾਨ ਲਗਾਤਾਰ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਹੈ ਔਰ ਖੇਤੀਬਾੜੀ ਦੇ ਵਿੱਚ ਆਮਦਨ ਔਰ ਜ਼ਮੀਨ ਜਿਹੜੀ ਲਗਾਤਾਰ ਘਟ ਰਹੀ ਹੈ, ਕਿ ਇਸ ਸਮੇਂ ਸਾਨੂੰ ਖੇਤੀਬਾੜੀ ਸੈਕਟਰ ਵਿੱਚ ਕੁਝ ਹੋਰ ਐਲਟਰਨੇਟਿਵ ਮਤਲਬ ਕੋਈ ਵਿਕਲਪੀ ਮੈਥਡ ਜਿਹੜੇ ਯੂਜ਼ ਕਰਨੇ ਚਾਹੀਦੇ ਆ, ਜਿਸ ਦੇ ਨਾਲ ਅਸੀਂ ਇੰਪਲੋਇਮੈਂਟ ਖੇਤੀਬਾੜੀ ਦੇ ਸੈਕਟਰ ਵਿੱਚ ਰੁਜ਼ਗਾਰ ਪੈਦਾ ਕਰ ਸਕੀਏ। ਹੋਰ ਐਲਟਰਨੇਟਿਵ ਵਿਕਲਪ ਕਿਹੜੇ ਯੂਜ਼ ਕਰ ਸਕਦੇ ਹਾਂ ਜਿਸ ਦੇ ਨਾਲ ਖੇਤੀਬਾੜੀ ਦੇ ਵਿੱਚ ਰੁਜ਼ਗਾਰ ਪੈਦਾ ਹੋ ਸਕੇ।
ਨੈਕਸਟ ਸਾਡੇ ਕੋਲ ਆ ਜਾਂਦਾ ਹੈ ਵਾਈ ਆਰ ਫਾਰਮਰਸ ਕਮਿਟਿੰਗ ਸੁਸਾਈਡ ਇਨ ਸੈਵਰਲ ਸਟੇਟਸ ਆਫ ਦਾ ਕੰਟਰੀ। ਸਾਡੇ ਦੇਸ਼ ਦੀਆਂ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਕਹਿੰਦੇ ਕਿਸਾਨ ਸੁਸਾਈਡ ਆਤਮ ਹੱਤਿਆ ਕਿਉਂ ਕਰ ਲੈਂਦੇ ਆ। ਇਹਨੂੰ ਇਸ ਕੁਐਸਚਨ ਦੇ ਵਿੱਚ ਵੀ ਤੁਸੀਂ ਆਪਣੇ ਥੋਟਸ ਲਿਖਣੇ ਆ ਔਰ ਜੋ ਵੀ ਤੁਹਾਡਾ ਆਨਸਰ ਹੋਏਗਾ ਉਹ ਚੈੱਕ ਕੀਤਾ ਜਾਏਗਾ। ਨੈਕਸਟ ਸਾਡੇ ਕੋਲ ਆ ਜਾਂਦਾ ਇੰਪੈਕਟ ਆਫ ਦਾ ਗਲੋਬਲਾਈਜੇਸ਼ਨ ਔਨ ਐਗਰੀਕਲਚਰ, ਕਿ ਵਿਸ਼ਵੀਕਰਨ ਦਾ ਖੇਤੀਬਾੜੀ ਦੇ ਉੱਪਰ ਕੀ ਪ੍ਰਭਾਵ ਪਿਆ ਹੈ। ਵਿਸ਼ਵੀਕਰਨ ਮਤਲਬ ਜਦੋਂ ਲੋਕ ਆਪਣੇ ਘਰ-ਬਾਰ ਆਪਣੇ ਦੇਸ਼ ਸਟੇਟ ਬਾਰੇ ਨਹੀਂ ਸੋਚਦੇ, ਸਗੋਂ ਪੂਰੇ ਵਰਲਡ ਨੂੰ ਆਪਣਾ ਇੱਕ ਕੰਟਰੀ ਮੰਨ ਕੇ ਪੂਰੇ ਵਰਲਡ ਦੇ ਬਾਰੇ ਸੋਚਦੇ ਆ। ਪੂਰੇ ਵਰਲਡ ਵਾਸਤੇ ਪੈਦਾ ਕੀਤਾ ਜਾਂਦਾ ਹੈ, ਪੂਰੇ ਵਰਲਡ ਨੂੰ ਵੇਚਿਆ ਜਾਂਦਾ ਹੈ। ਬਿਨਾਂ ਕਿਸੇ ਰੋਕ ਟੋਕ ਦੇ ਇੱਕ ਦੂਸਰੇ ਦੇਸ਼ ਦੇ ਵਿੱਚ ਆਪਣੇ ਪ੍ਰੋਡਕਟ ਵੇਚੇ ਜਾਂਦੇ ਔਰ ਉਸ ਦੇਸ਼ ਦੇ ਪ੍ਰੋਡਕਟ ਖਰੀਦੇ ਜਾਂਦੇ। ਇਸ ਕੰਮ ਨੂੰ ਅਸੀਂ ਵਿਸ਼ਵੀਕਰਨ ਆਖਦੇ ਹਾਂ। ਜਦੋਂ ਸਾਰੇ ਵਿਸ਼ਵ ਨੂੰ ਅਸੀਂ ਆਪਣਾ ਇੱਕ ਕੰਟਰੀ ਮੰਨ ਲੈਂਦੇ ਹਾਂ, ਆਪਣਾ ਇੱਕ ਘਰ ਮੰਨ ਲੈਂਦੇ ਹਾਂ। ਗਲੋਬਲਾਈਜੇਸ਼ਨ ਇਜ਼ ਨਾਟ ਏ ਨਿਊ ਫਿਨੋਮੀਨਾ, ਕਹਿੰਦੇ ਗਲੋਬਲਾਈਜੇਸ਼ਨ ਇੱਕ ਕੋਈ ਨਵੀਂ ਘਟਨਾ ਨਹੀਂ ਆ, ਨਵਾਂ ਫਿਨੋਮੀਨਾ ਨਹੀਂ ਆ। ਇਟ ਵਾਜ ਦੇਅਰ ਐਟ ਦਾ ਟਾਈਮ ਆਫ ਕੋਲੋਨਾਈਜੇਸ਼ਨ, ਇਹ ਕਹਿੰਦੇ ਬਸਤੀਵਾਦ ਰਾਜ ਸਮੇਂ ਤੋਂ ਚੱਲਦਾ ਰਿਹਾ। ਮਤਲਬ ਜਦੋਂ ਬਸਤੀਆਂ ਬਣਾਉਂਦੀਆਂ, ਬਸਤੀਆਂ ਦੇ ਉੱਪਰ ਕਬਜ਼ਾ ਕਰਨ ਦੀ ਹੋੜ ਲੱਗੀ ਹੋਈ ਸੀ ਯੂਰਪ ਦੇ ਵਿੱਚ, ਕਿ ਕਦੇ ਇੰਗਲੈਂਡ ਦੇ ਨੇੜਲੇ ਦੇਸ਼ਾਂ 'ਤੇ ਕਬਜ਼ਾ ਕਰ ਲਿਆ, ਏਸ਼ੀਆ ਦੇ ਦੇਸ਼ਾਂ 'ਤੇ, ਅਫਰੀਕਾ 'ਤੇ ਕਬਜ਼ਾ ਕਰ ਲਿਆ, ਜਰਮਨੀ ਨੇ ਕਰ ਲਿਆ ਜਾਂ ਫਰਾਂਸ ਨੇ ਕਰ ਲਿਆ। ਇਹ ਕਹਿੰਦੇ ਗਲੋਬਲਾਈਜੇਸ਼ਨ ਦਾ ਕੰਮ ਉਦੋਂ ਤੋਂ ਹੀ ਕਰਨਾ ਹੈ, ਉਦੋਂ ਤੋਂ ਚੱਲਦੀ ਆ ਰਹੀ ਹੈ। In the 19th century, when European traders came to India at that time too, India's spices were exported to different countries of the world and farmers of South India were encouraged to grow these crops। ਕਹਿੰਦੇ 19ਵੀਂ ਸਦੀ ਦੇ ਵਿੱਚ ਜਦੋਂ ਯੂਰਪ ਦੇ ਵਪਾਰੀ ਭਾਰਤ ਦੇ ਵਿੱਚ ਆਏ, ਉਹਨਾਂ ਨੇ ਭਾਰਤ ਦੇ ਮਸਾਲੇ ਖਰੀਦ ਕੇ ਯੂਰਪ ਦੇ ਹੋਰ ਦੇਸ਼ਾਂ ਨੂੰ ਐਕਸਪੋਰਟ ਕੀਤੇ, ਨਿਰਯਾਤ ਕੀਤੇ ਅਤੇ ਸਾਊਥ ਦੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਕਿ ਤੁਹਾਡੇ ਮਸਾਲਿਆਂ ਦਾ ਯੂਰਪ ਦੇ ਵਿੱਚ ਵਧੀਆ ਪ੍ਰਾਈਸ ਮਿਲੇਗਾ ਤੁਹਾਨੂੰ। ਇਸ ਕਰਕੇ ਕਿਸਾਨ ਉਤਸ਼ਾਹਿਤ ਹੋ ਕੇ ਮਸਾਲਿਆਂ ਦੀ ਫਸਲ ਤਿਆਰ ਕਰਨ ਲੱਗ ਪਏ। ਟਿਲ ਟੂਡੇ ਇਟ ਇਜ਼ ਵਨ ਆਫ ਦਾ ਇੰਪੋਰਟੈਂਟ ਆਈਟਮ ਆਫ ਐਕਸਪੋਰਟ ਫਰੋਮ ਇੰਡੀਆ। ਅੱਜ ਦੇ ਦਿਨਾਂ ਤੱਕ ਵੀ ਕਹਿੰਦੇ ਮਸਾਲੇ ਇੱਕ ਇੰਪੋਰਟੈਂਟ ਆਈਟਮ ਹੈ ਜੋ ਕਿ ਐਕਸਪੋਰਟ ਕੀਤੀ ਜਾਂਦੀ ਹੈ, ਸਾਡੇ ਦੇਸ਼ ਵਿੱਚ ਪੈਦਾ ਕਰਕੇ ਯੂਰਪ ਦੇ ਜਾਂ ਏਸ਼ੀਆ ਦੇ ਹੋਰਨਾਂ ਦੇਸ਼ਾਂ ਨੂੰ ਵੇਚੀ ਜਾਂਦੀ ਹੈ। During the British period, cotton belt of India attracted the British and ultimately cotton was exported to Britain as a raw material for their textile industry। ਕਹਿੰਦੇ ਜਦੋਂ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਚੱਲਦਾ ਪਿਆ ਸੀ, ਉਸ ਸਮੇਂ ਭਾਰਤ ਦੀਆਂ ਕਾਟਨ ਬੈਲਟ ਮਤਲਬ ਭਾਰਤ ਵਿੱਚ ਵਧੀਆ ਕਾਟਨ ਨੇ ਯੂਰਪੀਅਨ ਬ੍ਰਿਟਿਸ਼ ਲੋਕਾਂ ਨੂੰ ਅਟਰੈਕਟ ਕੀਤਾ ਅਤੇ ਇਹਨਾਂ ਵੱਲੋਂ ਆਕਰਸ਼ਿਤ ਹੋ ਕੇ ਅੰਗਰੇਜ਼ ਲੋਕਾਂ ਨੇ ਭਾਰਤ ਵਿੱਚ ਆਪਣੀਆਂ ਬਸਤੀਆਂ ਬਣਾ ਲਈਆਂ। ਭਾਰਤ 'ਤੇ ਕਬਜ਼ਾ ਕਰਕੇ ਇੱਥੋਂ ਕਾਟਨ ਦੀ ਫਸਲ ਖਰੀਦ ਕੇ ਆਪਣੇ ਯੂਰਪ ਦੇ ਵਿੱਚ, ਬ੍ਰਿਟੇਨ ਦੇ ਵਿੱਚ, ਇੰਗਲੈਂਡ ਦੇ ਵਿੱਚ ਸੈਂਡ ਕਰਨੀ, ਭੇਜਣੀ ਸ਼ੁਰੂ ਕਰ ਦਿੱਤੀ। ਕਾਟਨ ਟੈਕਸਟਾਈਲ ਇੰਡਸਟਰੀ ਇਨ ਮੈਨਚੈਸਟਰ ਇੰਗਲੈਂਡ ਦੇ ਇੱਕ ਸ਼ਹਿਰ ਦਾ ਨਾਮ ਹੈ। ਐਂਡ ਲਿਵਰਪੂਲ ਫਲੋਰਿਸ਼ ਡਿਊ ਟੂ ਦਾ ਅਵੇਲੇਬਿਲਿਟੀ ਆਫ ਗੁੱਡ ਕੁਆਲਿਟੀ ਕਾਟਨ ਫਰੋਮ ਇੰਡੀਆ। ਬ੍ਰਿਟੇਨ ਦੇ ਕਹਿੰਦੇ ਸ਼ਹਿਰ ਮੈਨਚੈਸਟਰ ਔਰ ਲਿਵਰਪੂਲ ਖਾਸ ਕਰਕੇ ਭਾਰਤ ਦੇ ਕਾਟਨ ਦਾ ਕਰਕੇ ਹੀ ਫਲੋਰਿਸ਼ ਵਧੇ ਫੁੱਲੇ ਔਰ ਇਹਨਾਂ ਦੇ ਵਿੱਚ ਇੰਡਸਟਰੀਜ਼ ਸਿਰਫ ਭਾਰਤੀ ਕਾਟਨ ਦਾ ਕਰਕੇ ਫਲੋਰਿਸ਼ ਵੱਧ ਫੁੱਲ ਸਕੀਆਂ, ਇਹਨਾਂ ਦਾ ਕਰਕੇ ਫੇਮਸ ਹੋ ਸਕੀਆਂ। ਯੂ ਹੈਵ ਰੀਡ ਅਬਾਊਟ ਦਾ ਚੈਂਪਰਨ ਮੂਵਮੈਂਟ ਵਿਚ ਸਟਾਰਟਡ ਇਨ ਦਾ 1917 ਇਨ ਬਿਹਾਰ। ਕਹਿੰਦੇ ਤੁਸੀਂ ਬਿਹਾਰ ਦੇ ਵਿੱਚ ਚੱਲੇ ਚੈਂਪਰਨ ਮੂਵਮੈਂਟ ਅੰਦੋਲਨ ਬਾਰੇ ਪੜ੍ਹਿਆ ਹੈ। ਦਿਸ ਵਾਜ ਸਟਾਰਟਡ ਬਿਕੋਜ਼ ਫਾਰਮਰ ਆਫ ਦਾ ਡੈਟ ਰੀਜਨ ਵਾਰ ਫੋਰਸਡ ਟੂ ਗਰੋ ਇੰਡੀਗੋ ਔਨ ਦੇਅਰ ਲੈਂਡ। ਕਹਿੰਦੇ ਇਹ ਅੰਦੋਲਨ ਤਾਂ ਕੀਤਾ ਗਿਆ ਸੀ ਕਿ ਉਸ ਇਲਾਕੇ ਦੇ ਕਿਸਾਨਾਂ ਨੂੰ ਆਪਣੀ ਜ਼ਮੀਨ ਦੇ ਉੱਪਰ ਇੰਡੀਗੋ ਮਤਲਬ ਨੀਲ ਦੀ ਫਸਲ ਤਿਆਰ ਕਰਨ ਵਾਸਤੇ ਮਜਬੂਰ ਕੀਤਾ ਜਾਂਦਾ ਸੀ। ਹੁਣ ਕਹਿੰਦੇ ਕਿਸਾਨਾਂ ਨੂੰ ਮਜਬੂਰ ਕਿਉਂ ਕੀਤਾ ਜਾਂਦਾ ਸੀ? ਬਿਕੋਜ਼ ਇਟ ਵਾਜ ਨੈਸੈਸਰੀ ਫਾਰ ਦਾ ਟੈਕਸਟਾਈਲ ਇੰਡਸਟਰੀ ਵਿਚ ਵਾਰ ਲੋਕੇਟਡ ਇਨ ਬ੍ਰਿਟੇਨ। ਕਿ ਬ੍ਰਿਟੇਨ ਦੇ ਵਿੱਚ ਜੋ ਵੀ ਇੰਡਸਟਰੀਜ਼, ਕੱਪੜੇ ਦੀਆਂ ਇੰਡਸਟਰੀ ਸੀ, ਉਹਨਾਂ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਨੀਲ ਦੀ ਜ਼ਰੂਰਤ ਸੀ। ਇੰਗਲੈਂਡ ਦੇ ਵਿੱਚ ਇਹ ਨੀਲ ਪੈਦਾ ਨਹੀਂ ਕੀਤਾ ਜਾਂਦਾ, ਇਸ ਕਰਕੇ ਭਾਰਤੀ ਕਿਸਾਨਾਂ ਨੂੰ ਮਜਬੂਰ ਕਰਕੇ ਇਹ ਨੀਲ ਪੈਦਾ ਕਰਵਾਇਆ ਜਾਂਦਾ ਸੀ। ਦੇ ਵਾਰ ਅਨਏਬਲ ਟੂ ਗਰੋ ਫੂਡ ਗ੍ਰੇਨਸ ਟੂ ਸਸਟੇਨ ਦੇਅਰ ਫੈਮਲੀਜ਼। ਇਸ ਕਰਕੇ ਕਿਸਾਨਾਂ ਕੋਲ ਜਦੋਂ ਜ਼ਬਰਦਸਤੀ ਨੀਲ ਦੀ ਖੇਤੀ ਕਰਵਾ ਲਈ ਜਾਂਦੀ ਸੀ, ਕਿਸਾਨ ਆਪਣੇ ਖੇਤਾਂ ਦੇ ਵਿੱਚ ਆਪਣੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਫੂਡ ਗ੍ਰੇਨਸ ਅਨਾਜ ਪੈਦਾ ਨਹੀਂ ਸੀ ਕਰ ਸਕਦੇ। ਅੰਡਰ ਗਲੋਬਲਾਈਜੇਸ਼ਨ ਪਾਰਟੀਕੂਲਰਲੀ ਆਫਟਰ 1990 ਦਾ ਫਾਰਮਰ ਇਨ ਇੰਡੀਆ ਹੈਵ ਬੀਨ ਐਕਸਪੋਜ਼ਡ ਟੂ ਨਿਊ ਚੈਲੰਜਿਸ। ਕਹਿੰਦੇ ਗਲੋਬਲਾਈਜੇਸ਼ਨ ਵਿਸ਼ਵੀਕਰਨ ਦੇ ਵਿੱਚ ਖਾਸ ਕਰਕੇ 1990 ਅਤੇ ਇਸ ਤੋਂ ਬਾਅਦ ਭਾਰਤੀ ਕਿਸਾਨਾਂ ਨੂੰ ਇੱਕ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਡਿਸਪਾਈਟ ਬੀਇੰਗ ਐਨ ਇੰਪੋਰਟੈਂਟ ਪ੍ਰੋਡਿਊਸਰ ਆਫ ਰਾਈਸ। ਕਹਿੰਦੇ ਬਾਵਜੂਦ ਕਿ ਭਾਵੇਂ ਭਾਰਤ ਰਾਈਸ, ਕਾਟਨ, ਰਬਰ, ਟੀ, ਕਾਫੀ, ਜੂਟ ਐਂਡ ਸਪਾਈਸਿਸ ਆਵਰ ਐਗਰੀਕਲਚਰ ਇਹਨਾਂ ਸਾਰੀਆਂ ਚੀਜ਼ਾਂ ਦੀ ਪ੍ਰੋਡਕਸ਼ਨ ਕਰਦਾ ਸੀ। ਐਗਰੀਕਲਚਰ ਪ੍ਰੋਡਕਟਸ ਆਰ ਨਾਟ ਏਬਲ ਟੂ ਕੰਪੀਟ ਵਿਦ ਦਾ ਡਿਵੈਲਪਮੈਂਟ
ਕੰਟਰੀਜ਼ ਬਿਕੋਜ਼ ਆਫ ਦਾ ਹਾਈ ਸਬਸਿਡੀਜ਼ ਐਗਰੀਕਲਚਰ ਇਨ ਦੋਜ਼ ਕੰਟਰੀਜ਼। ਕਹਿੰਦੇ ਇਹ ਸਾਰੇ ਪ੍ਰੋਡਕਟ ਇੰਡੀਆ ਦੇ ਵਿੱਚ ਤਿਆਰ ਕੀਤੇ ਜਾਂਦੇ, ਪਰ ਇਹ ਸਾਰੇ ਪ੍ਰੋਡਕਟ ਫੋਰਨ ਦੇ ਵਿੱਚ ਤਿਆਰ ਕੀਤੇ ਜਾਣ ਵਾਲੇ ਪ੍ਰੋਡਕਟ ਦਾ ਜਿਹੜਾ ਮੁਕਾਬਲਾ ਨਾ ਕਰ ਸਕੇ, ਕਿਉਂਕਿ ਭਾਰਤ ਦੇ ਵਿੱਚ ਜੋ ਵੀ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਜਾਂ ਸਹੂਲਤ ਦਿੱਤੀ ਜਾਂਦੀ ਉਹ ਬਹੁਤ ਜ਼ਿਆਦਾ ਘੱਟ ਆ, ਜਦ ਕਿ ਦੂਸਰੇ ਫੋਰਨ ਕਿਸਾਨਾਂ ਨੂੰ ਜੋ ਸਬਸਿਡੀ ਜਾਂ ਸਹੂਲਤ ਦਿੱਤੀ ਜਾਂਦੀ ਉਹ ਬਹੁਤ ਜ਼ਿਆਦਾ ਹੁੰਦੀ ਹੈ। ਔਰ ਕਿਸਾਨਾਂ ਦੇ ਫਸਲ ਦੇ ਉੱਪਰ ਖਰਚਾ ਬਹੁਤ ਘੱਟ ਹੁੰਦਾ ਅਤੇ ਉਹ ਕਿਸਾਨ ਆਪਣੀ ਫਸਲ ਨੂੰ ਬਾਕੀ ਆਮ ਦੂਸਰੇ ਦੇਸ਼ਾਂ ਦੇ ਨਾਲੋਂ ਘੱਟ ਰੇਟ ਦੇ ਉੱਪਰ ਵੇਚਣੀ ਸ਼ੁਰੂ ਕਰ ਦਿੰਦੇ ਨੇ। ਹੁਣ ਮੰਨ ਲਓ ਕਿ 1 ਕੁਆਂਟਲ ਜੋ ਕਾਟਨ ਪੈਦਾ ਕੀਤਾ ਗਿਆ ਹੈ ਉਸ ਦੇ ਉੱਪਰ ਯੂਰਪ ਦੇ ਜੋ ਕੰਟਰੀਜ਼ ਉਹਨਾਂ ਦਾ ਮੰਨ ਲੈਂਦੇ ਇਮੈਜਿਨ ਕਰ ਲੈਂਦੇ ਆਪਾਂ ਕਿ 200 ਰੁਪਇਆ ਖਰਚਾ ਆਇਆ ਹੈ, ਜਦ ਕਿ ਭਾਰਤ ਦੇ ਕਿਸਾਨ ਨੇ ਜਦੋਂ ਇਹ 1 ਕੁਆਂਟਲ ਕਾਟਨ ਪੈਦਾ ਕੀਤਾ ਉਹਦਾ 400 ਰੁਪਇਆ ਖਰਚਾ ਆ ਗਿਆ। ਠੀਕ ਆ, ਹੁਣ ਇਹ ਕਿਸਾਨ ਜਿਹੜਾ ਮਾਰਕੀਟ ਦੇ ਵਿੱਚ ਆਪਣੀ ਫਸਲ ਨੂੰ 100 ਰੁਪਈਆ ਮੁਨਾਫੇ 'ਤੇ ਵੇਚਣ ਵਾਸਤੇ ਤਿਆਰ ਹੈ ਕਿ ਮੈਂ 300 ਰੁਪਇਆ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਆਪਣੀ ਫਸਲ ਵੇਚ ਦਾਂਗੇ। ਹੁਣ ਜਦੋਂ ਭਾਰਤ ਦੇ ਕਿਸਾਨ ਦਾ ਖਰਚਾ ਹੀ 400 ਰੁਪਇਆ ਹੋਏਗਾ, ਭਾਰਤ ਦਾ ਕਿਸਾਨ ਉਹਨੂੰ ਆਪਣਾ ਮੁਨਾਫਾ ਕੱਢ ਕੇ ਘੱਟੋ ਘੱਟ 450 ਜਾਂ 500 ਦੀ ਵੇਚਦਾ ਅਤੇ ਇਹ ਫਸਲ ਫਿਰ ਵੀ ਯੂਰਪ ਦੀ ਫਸਲ ਦੇ ਨਾਲੋਂ ਮਹਿੰਗੀ ਹੋਏਗੀ। ਸੋ ਲੋਕ ਜਿਹੜਾ ਵਾ ਮਹਿੰਗੀ ਫਸਲ ਨੂੰ ਨਹੀਂ ਖਰੀਦਦੇ, ਸਸਤੀ ਫਸਲ ਨੂੰ ਖਰੀਦਣਾ ਸ਼ੁਰੂ ਕਰਦੇ, ਜਿਸ ਦੇ ਨਾਲ ਭਾਰਤੀ ਕਿਸਾਨ ਦੀ ਫਸਲ ਰੁਲ ਜਾਂਦੀ ਆ ਅਤੇ ਬਾਹਰਲੇ ਫੋਰਨ ਤੋਂ ਆਈ ਹੋਈ ਫਸਲ ਜਿਹੜੀ ਉਹ ਵਿਕਣੀ ਸ਼ੁਰੂ ਹੋ ਜਾਂਦੀ ਹੈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਟੂਡੇ ਇੰਡੀਅਨ ਐਗਰੀਕਲਚਰ ਫਾਈਂਡ ਇਟਸੈਲਫ ਐਟ ਦਾ ਕ੍ਰੋਸ ਰੋਡ। ਅੱਜ ਕਹਿੰਦੇ ਭਾਰਤ ਦੀ ਖੇਤੀਬਾੜੀ ਆਪਣੇ ਆਪ ਨੂੰ ਚੁਰਾਹੇ 'ਤੇ ਖੜੀ ਜਿਹੜੀ ਮਹਿਸੂਸ ਕਰ ਰਹੀ ਹੈ। ਟੂ ਮੇਕ ਐਗਰੀਕਲਚਰ ਸਕਸੈਸਫੁਲ ਐਂਡ ਪ੍ਰੋਫਿਟੇਬਲ, ਕਹਿੰਦੇ ਖੇਤੀਬਾੜੀ ਨੂੰ ਸਫਲਤਾ ਅਤੇ ਲਾਭਦਾਇਕ ਬਣਾਉਣ ਵਾਸਤੇ ਪ੍ਰੋਪਰ ਥਰਸਟ ਸ਼ੁੱਡ ਬੀ ਗਿਵਨ ਟੂ ਦਾ ਇੰਪਰੂਵਮੈਂਟ ਆਫ ਦਾ ਕੰਡੀਸ਼ਨਲ ਆਫ ਮਾਰਜਨਲ ਐਂਡ ਦਾ ਸਮਾਲ ਫਾਰਮਰ। ਛੋਟੇ ਅਤੇ ਮਾਰਜਨਲ ਜਿਹੜੇ ਮੀਡੀਅਮ ਕਿਸਾਨ ਅਤੇ ਪਛੜੇ ਕਿਸਾਨ ਨੇ ਉਹਨਾਂ ਨੂੰ ਸਹੂਲਤ ਦੇਣ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਦਾ ਗ੍ਰੀਨ ਰੈਵੋਲੂਸ਼ਨ ਪ੍ਰੋਮਿਸ ਮੱਚ, ਕਹਿੰਦੇ ਹਰੀ ਕ੍ਰਾਂਤੀ ਨੇ ਜਿਹੜਾ ਬਹੁਤ ਸਾਰੇ ਪ੍ਰੋਮਿਸ ਕੀਤੇ ਵਾਅਦੇ ਕੀਤੇ ਸੀ, ਬਟ ਟੂਡੇ ਇਟਸ ਅੰਡਰ ਕੰਟਰੋਵਰਸੀਸ, ਕਹਿੰਦੇ ਪਰ ਇਹ ਸਕੀਮ ਹੀ ਅੱਜ ਕੰਟਰੋਵਰਸੀਸ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ। ਇਟ ਇਜ਼ ਬੀਂਗ ਐਲਗੀ ਡੈਟ ਇਟ ਹੈਜ਼ ਕਾਜ਼ ਲੈਂਡ ਡਿਗਰੇਡੇਸ਼ਨ, ਕਹਿੰਦੇ ਇਸ ਦੇ ਉੱਪਰ ਦੋਸ਼ ਲੱਗ ਰਿਹਾ ਹੈ ਕਿ ਇਸ ਦਾ ਕਾਰਨ ਲੈਂਡ ਡਿਗਰੇਡੇਸ਼ਨ ਜ਼ਮੀਨ ਦਾ ਪਤਨ ਹੋਇਆ ਹੈ ਡਿਊ ਟੂ ਓਵਰ ਯੂਜ਼ ਆਫ ਕੈਮੀਕਲ, ਕਿਉਂਕਿ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਲੋੜ ਤੋਂ ਵੱਧ ਕੈਮੀਕਲ ਪਾਉਣੇ ਸ਼ੁਰੂ ਕਰ ਦਿੱਤੇ। ਡਰਾਇੰਗ ਐਕੂਫਾਇਰਸ, ਜੋ ਸਾਡੇ ਪਾਣੀ ਦੇ ਸਰੋਤ ਸੀ ਉਹ ਸੁੱਕ ਰਹੇ ਹੈ। ਵੈਨਿਸ਼ਿੰਗ ਬਾਇਓਡਾਇਵਰਸਿਟੀ, ਅਤੇ ਸਪਰੇਆਂ ਦੇ ਨਾਲ ਬਹੁਤ ਸਾਰੇ ਜੀਵ ਜੰਤੂ ਖਤਮ ਹੋ ਰਹੇ ਆ, ਜਿਸ ਨਾਲ ਜੀਵ ਵਿਭਿੰਨਤਾ ਨੂੰ ਖਤਰਾ ਪੈਦਾ ਹੋਏਗਾ ਹੈ। ਕਿਉਂਕਿ ਹੁਣ ਕੈਮੀਕਲ ਯੂਜ਼ ਦੀ ਆਪਾਂ ਗੱਲ ਕਰੀਏ ਕਿ ਆਪਣੇ ਖੇਤਾਂ ਦੇ ਵਿੱਚ ਝੋਨੇ ਨੂੰ ਆਪਾਂ ਝੋਨਾ ਬੀਜੀਏ ਜਾਂ ਕਣਕ ਬੀਜੀਏ, ਉਹਨੂੰ ਖਾਦ ਦੀ ਲੋੜ ਹੈ ਜਾਂ ਨਹੀਂ ਲੋੜ, ਆਪਾਂ ਕੀ ਕਰਨਾ ਦੇਖਣਾ। ਸਾਡੇ ਆਂਢ ਗੁਆਂਢ ਦੇ ਵਿੱਚ ਕਿਸੇ ਨੇ ਕਣਕ ਬੀਜੀ ਆ, ਉਹਨੇ 2 ਬੋਰੀਆਂ ਆਪਣੇ ਖੇਤ ਨੂੰ ਪਾਈਆਂ, ਆਪਾਂ ਇਹ ਨਹੀਂ ਦੇਖਣਾ ਕਿ ਸਾਡੀ ਫਸਲ ਚੰਗੀ ਆ ਜਾਂ ਨਹੀਂ ਚੰਗੀ, ਆਪਾਂ ਵੀ 2 ਬੋਰੀਆਂ ਖਾਦ ਦੀਆਂ ਖੜ ਕੇ ਆਪਣੇ ਖੇਤਾਂ ਨੂੰ ਪਾ ਦੇਣੀਆਂ, ਜਿਸ ਦੇ ਨਾਲ ਕੀ ਹੁੰਦਾ ਕਿ ਜੋ ਸਾਡੇ ਲਾਗੇ ਕਿਸਾਨ ਹੈ, ਹੋ ਸਕਦਾ ਉਹਨੇ ਆਪਣੀ ਸੋਇਲ ਦਾ ਐਕਸਪੈਰੀਮੈਂਟ ਕਰਵਾਇਆ ਹੋਵੇ, ਚੈੱਕ ਕਰਵਾਈ ਹੋਵੇ, ਉਹਦੇ ਵਿੱਚ ਯੂਰੀਆ ਦੀ ਕਮੀ ਆਈ ਹੋਵੇਗੀ ਅਤੇ ਉਸਨੇ ਆਪਣੇ ਖੇਤਾਂ ਨੂੰ ਯੂਰੀਆ ਵੱਧ ਪਾ ਦਿੱਤੀ। ਉਹੀ ਕਮੀ ਜ਼ਰੂਰੀ ਥੋੜ੍ਹੀ ਕਿ ਸਾਡੇ ਖੇਤਾਂ ਦੇ ਵਿੱਚ ਹੀ ਹੋਵੇ, ਪਰ ਆਪਾਂ ਉਸ ਦੀ ਰੀਸ ਦੇ ਨਾਲ ਜਦੋਂ ਯੂਰੀਆ ਪਾ ਦਾਂਗੇ, ਸਾਡੇ ਖੇਤਾਂ ਦੇ ਵਿੱਚ ਪਹਿਲਾਂ ਯੂਰੀਆ ਹੋਣ ਦਾ ਕਰਕੇ ਦੁਬਾਰਾ ਫਿਰ ਯੂਰੀਆ ਪਾਉਣ ਦਾ ਕਰਕੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤ ਜਿਹੜੇ ਖਰਾਬ ਹੋ ਜਾਣਗੇ, ਜਿਸ ਦੇ ਨਾਲ ਸਾਡੀ ਜ਼ਮੀਨ ਦਾ ਪਤਨ ਹੋਣਾ ਸ਼ੁਰੂ ਹੋ ਜਾਂਦਾ ਹੈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਜੈਨੇਟਿਕ ਇੰਜੀਨੀਅਰਿੰਗ ਇਜ਼ ਰੈਕੋਗਨਾਈਜ਼ ਐਜ ਏ ਪਾਵਰਫੁਲ ਸਪਲੀਮੈਂਟ ਇਨ ਇਨਵੈਂਟਿੰਗ ਨਿਊ ਹਾਈਬ੍ਰਿਡ ਵੈਰਾਈਟੀਜ਼ ਆਫ ਸੀਡਸ। ਇਹ ਉਹੀ ਹੈ ਜੋ ਆਪਾਂ ਪਹਿਲਾਂ ਡਿਸਕਸ ਕੀਤਾ ਹੈ ਕਿ ਜੀਨਸ ਅਲੱਗ-ਅਲੱਗ ਪੌਦਿਆਂ ਦੇ ਲੈ ਕੇ ਇੱਕ ਨਵਾਂ ਪੌਦਾ ਤਿਆਰ ਕੀਤਾ ਜਾਂਦਾ ਹੈ। ਕੈਨ ਯੂ ਨੇਮ ਐਨੀ ਜੀਨ ਮੋਡੀਫਾਈਡ ਸੀਡ ਯੂਜ਼ ਵਾਟਲੀ ਇਨ ਇੰਡੀਆ। ਇਸ ਕੁਐਸਚਨ ਨੂੰ ਆਪਣੇ ਹੋਮਵਰਕ ਬੁੱਕ 'ਤੇ ਅਟੈਂਪਟ ਕਰ ਲੈਣਾ। In fact, organic farming is much in vogue today because it is the practice without the factory made chemical. Organic farming ਕੀ ਹੁੰਦੀ ਹੈ, ਜਿਸ ਦੇ ਵਿੱਚ ਅਸੀਂ ਕੈਮੀਕਲ ਖਾਦਾਂ ਨਹੀਂ ਵਰਤਦੇ। ਕਹਿੰਦੇ ਅੱਜ ਔਰਗੈਨਿਕ ਖੇਤੀਬਾੜੀ ਕਾਫੀ ਪ੍ਰਚਲਿਤ ਹੋ ਰਹੀ ਹੈ, ਕਿਉਂਕਿ ਇਸ ਦੇ ਵਿੱਚ ਕੈਮੀਕਲ ਖਾਦਾਂ ਨਹੀਂ ਵਰਤੀਆਂ ਜਾਂਦੀਆਂ। ਫਸਲ ਨੂੰ ਸਪਰੇਆਂ ਦੇ ਨਾਲ ਜੋ ਕੀੜੇ ਮਾਰੇ ਜਾਂਦੇ, ਉਹਨਾਂ ਕੀੜਿਆਂ ਨੂੰ ਮਾਰਨ ਵਾਸਤੇ ਕੁਝ ਦੇਸੀ ਤਰੀਕੇ, ਫਸਲ ਨੂੰ ਲੂਣ ਪਾ ਦੇਣਾ ਜਾਂ ਖੱਟੀ ਲੱਸੀ ਵਗੈਰਾ ਪਾ ਦੇਣੀ, ਅਜਿਹੇ ਤਰੀਕੇ ਅਪਣਾ ਕੇ ਫਸਲ ਨੂੰ ਕੀੜੇ ਮਕੌੜਿਆਂ ਤੋਂ ਰਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੈਂਸ ਇਟ ਡਜ਼ ਨੋਟ ਅਫੈਕਟ ਐਨਵਾਇਰਨਮੈਂਟ ਇਨ ਏ ਨੈਗੇਟਿਵ ਮੈਨਰ, ਅਤੇ ਇਸ ਤਰ੍ਹਾਂ ਦੀ ਖੇਤੀਬਾੜੀ ਕਹਿੰਦੇ ਐਨਵਾਇਰਨਮੈਂਟ ਨੂੰ ਕਿਸੇ ਤਰ੍ਹਾਂ ਵੀ ਨਕਾਰਾਤਮਕਤਾ ਪ੍ਰਭਾਵ ਦੇ ਨਾਲ ਅਫੈਕਟ ਨਹੀਂ ਕਰਦੀ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਲਾਸਟ ਟੋਪਿਕ, ਏ ਫਿਊ ਇਕਨੋਮਿਸਟ ਥਿੰਕ ਡੈਟ ਇੰਡੀਅਨ ਫਾਰਮਰ ਹੈਵ ਏ ਬਲੀਕ ਫਿਊਚਰ। ਕਹਿੰਦੇ ਕੁਝ ਜਿਹੜੇ ਅਰਥ ਸ਼ਾਸਤਰੀ ਸੋਚਦੇ ਆ ਕਿ ਭਾਰਤ ਦੇ ਲੋਕਾਂ ਦਾ ਇੱਕ ਬਲੀਕ ਖੂਬਸੂਰਤ
ਫਿਊਚਰ ਭਵਿੱਖ ਹੋ ਸਕਦਾ ਹੈ ਇਫ ਦੇ ਕੰਟੀਨਿਊ ਗਰੋਇੰਗ ਫੂਡ ਗ੍ਰੇਨਸ ਔਨ ਦਾ ਹੋਲਡਿੰਗ ਡੈਟ ਗਰੋ ਸਮਾਲਰ, ਜੇਕਰ ਉਹ ਆਪਣੇ ਜ਼ਮੀਨ ਦੇ ਉੱਪਰ ਫੂਡ ਗ੍ਰੇਨਸ ਅਨਾਜ ਦੀ ਪੈਦਾਵਾਰ ਘੱਟ ਕਰ ਦੇਣ। ਐਂਡ ਸਮਾਲਰ ਐਜ ਦਾ ਪੋਪੂਲੇਸ਼ਨ ਰਾਈਸਿਸ ਇੰਡੀਆ ਰੂਰਲ ਪੋਪੂਲੇਸ਼ਨ ਅਬਾਊਟ, ਮਤਲਬ ਕਹਿਣ ਦਾ ਭਾਵ ਕਿ ਇਹਨਾਂ ਨੇ ਦੱਸਿਆ ਗਿਆ ਕਿ ਭਾਰਤ ਦੇ ਕਿਸਾਨਾਂ ਨੂੰ ਯੂਰਪ ਦੇ ਕਿਸਾਨਾਂ ਦੀ ਰੀਸ ਕਰਨੀ ਪਏਗੀ। ਯੂਰਪ ਦੇ ਕਿਸਾਨਾਂ ਦਾ ਉਹਨਾਂ ਨੇ ਇੱਥੇ ਐਕਸਪਲੇਨ ਕੀਤਾ ਹੋਇਆ ਕੀ ਕੀਤਾ ਜਾਂਦਾ ਹੈ ਕਿ ਕਿਸਾਨ ਆਪਣੇ ਦੇਸ਼ ਦੇ ਵਿੱਚ ਅਨਾਜ ਪੈਦਾ ਨਹੀਂ ਕਰਦੇ, ਸਗੋਂ ਅਜਿਹੀਆਂ ਫਸਲਾਂ ਤਿਆਰ ਕਰਦੇ ਜੋ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੇਚੀਆਂ ਜਾ ਸਕਣ, ਜਿਨ੍ਹਾਂ ਦੇ ਵਿੱਚ ਫਰੂਟਸ, ਵੈਜੀਟੇਬਲਸ, ਫਲਾਵਰਸ ਐਕਸੈਟਰਾ ਆ ਜਾਂਦੇ ਨੇ। ਇਹਨਾਂ ਫਸਲਾਂ ਨੂੰ ਜਦੋਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੇਚਿਆ ਜਾਂਦਾ ਹੈ, ਕਿਸਾਨ ਨੂੰ ਵੱਧ ਆਮਦਨ ਪ੍ਰਾਪਤ ਹੁੰਦੀ ਹੈ। ਉਸ ਵੱਧ ਪ੍ਰਾਪਤ ਹੋਈ ਆਮਦਨ ਦੇ ਨਾਲ ਕਿਸਾਨ ਅਨਾਜ ਦੂਸਰੇ ਦੇਸ਼ਾਂ ਦੇ ਕੋਲੋਂ ਖਰੀਦ ਲੈਂਦਾ ਹੈ। ਇੱਥੇ ਵੀ ਇਹੀ ਆਖਿਆ ਗਿਆ ਕਿ ਭਾਰਤ ਦੇ ਕਿਸਾਨਾਂ ਦਾ ਫਿਊਚਰ ਖੂਬਸੂਰਤ ਤਾਂ ਹੋ ਸਕਦਾ ਜੇਕਰ ਭਾਰਤ ਦੇ ਲੋਕ ਅਨਾਜ ਵਾਲੀਆਂ ਕਣਕ, ਝੋਨਾ, ਕਪਾਹ ਵਗੈਰਾ ਫਸਲਾਂ ਨੂੰ ਜਿਹੜਾ ਘੱਟ ਕਰਕੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੇਚੀਆਂ ਜਾਣ ਵਾਲੀਆਂ ਫਸਲਾਂ ਦੀ ਪੈਦਾਵਾਰ ਵੱਧ ਕਰਨ, ਅਤੇ ਅਗਰ ਸਾਡੇ ਦੇਸ਼ ਨੂੰ ਲੋੜ ਪੈਂਦੀ ਹੈ ਅਨਾਜ ਖਰੀਦਣ ਦੀ, ਸਾਡਾ ਦੇਸ਼ ਹੋਰਨਾਂ ਦੇਸ਼ਾਂ ਦੇ ਕੋਲੋਂ ਅਨਾਜ ਖਰੀਦ ਲੇ ਅਤੇ ਵਪਾਰਿਕ ਫਸਲਾਂ ਦੀ ਪੈਦਾਵਾਰ ਜ਼ਿਆਦਾ ਕਰੇ। ਇੱਥੇ ਹੁਣ ਸਾਡੇ ਕੋਲ ਐਕਸਪਲੇਨ ਕੀਤਾ ਗਿਆ ਨਾਲ ਇੰਡੀਆਸ ਰੂਰਲ ਪਾਪੂਲੇਸ਼ਨ ਇਜ਼ ਅਬਾਊਟ 833 ਮਿਲੀਅਨ 2011 ਵਿਚ ਡਿਪੈਂਡ ਅਪੋਨ 250 ਮਿਲੀਅਨ ਅਪਰੋਕਸੀਮੇਟਲੀ ਹੈਕਟੇਅਰ ਆਫ ਐਗਰੀਕਲਚਰ ਲੈਂਡ, ਐਨ ਐਵਰੇਜ ਆਫ ਲੈਸ ਦੈਨ ਹਾਫ ਏ ਹੈਕਟੇਅਰ ਪਰ ਪਰਸਨ, ਕਿ ਭਾਰਤ ਦੀ 833 ਮਿਲੀਅਨ ਪਾਪੂਲੇਸ਼ਨ ਖੇਤੀਬਾੜੀ ਦੇ ਉੱਪਰ ਪਿੰਡਾਂ ਦੇ ਵਿੱਚ ਰਹਿੰਦੀ ਆ, ਜਿਨ੍ਹਾਂ ਦੇ ਜੋ ਕਿ 250 ਮਿਲੀਅਨ ਹੈਕਟੇਅਰ ਜ਼ਮੀਨ ਦੇ ਉੱਪਰ ਡਿਪੈਂਡ ਹੈ। ਇਸ ਤਰੀਕੇ ਨਾਲ ਕਹਿੰਦੇ ਇੱਕ ਕਿਸਾਨ ਦੇ ਕੋਲੋਂ ਤਕਰੀਬਨ ਹਾਫ ਏ ਹੈਕਟੇਅਰ ਜ਼ਮੀਨ ਪ੍ਰਾਪਤ ਹੁੰਦੀ ਹੈ। ਹਾਫ ਏ ਹੈਕਟੇਅਰ ਦਾ ਮਤਲਬ 2.5 ਦਾ ਹਾਫ। ਕਿਉਂਕਿ ਇੱਕ ਹੈਕਟੇਅਰ ਦੇ ਵਿੱਚ ਸਾਡੇ ਕੋਲ ਹੁੰਦੇ ਆ 2.5 ਕਿੱਲੇ, ਠੀਕ ਹੈ। 2.5 ਕਿੱਲਿਆਂ ਦਾ ਅੱਧ ਮਤਲਬ ਆ ਜਾਣੇ ਸਾਡੇ ਕੋਲ 1.25 ਕਿੱਲਾ ਇੱਕ ਕਿਸਾਨ ਦੇ ਕੋਲ ਜ਼ਮੀਨ ਹੈ। ਇੰਡੀਆ ਫਾਰਮਰ ਸ਼ੁੱਡ ਡਿਵਰਸੀਫਾਈ ਦੇਅਰ ਕ੍ਰੋਪਿੰਗ ਪੈਟਰਨ, ਭਾਰਤ ਦੇ ਕਿਸਾਨਾਂ ਨੂੰ ਆਪਣੇ ਭਿੰਨਤਾ ਦੇ ਨਾਲ ਫਸਲਾਂ ਆਪਣਾ ਬੀਜਣੀਆਂ ਪੈਣੀਆਂ, ਕ੍ਰੋਪਿੰਗ ਪੈਟਰਨ ਚੇਂਜ ਕਰਨਾ ਪਏਗਾ। ਦਿਸ ਵਿਲ ਇਨਕਰੀਜ਼ ਇਨਕਮ ਐਂਡ ਰਿਡਿਊਸ ਐਨਵਾਇਰਮੈਂਟਲ ਡਿਗਰੀਡੇਸ਼ਨ, ਇਸ ਦੇ ਨਾਲ ਉਹਨਾਂ ਦੀ ਆਮਦਨ ਵਿੱਚ ਵਾਧਾ ਹੋਏਗਾ ਅਤੇ ਐਨਵਾਇਰਨਮੈਂਟ ਦਾ ਜੋ ਪਤਨ ਹੋ ਰਿਹਾ ਹੈ ਉਸ ਨੂੰ ਰੋਕਿਆ ਜਾ ਸਕਦਾ ਹੈ। ਬਿਕੋਜ਼ ਸਿਮਲਟੈਨਸਲੀ ਵਰਡ ਆਇਆ ਹੈ, ਇਹਦਾ ਮਤਲਬ ਹੁੰਦਾ ਇਕਸਾਰ, ਕਿ ਅਸੀਂ ਇਕਸਾਰ ਐਨਵਾਇਰਨਮੈਂਟ ਦਾ ਖਤਰਾ ਵੀ ਘਟਾ ਸਕਦੇ ਹਾਂ, ਨਾਲ ਦੀ ਨਾਲ ਕਿਸਾਨ ਦੀ ਆਮਦਨ ਵਿੱਚ ਵੀ ਵਾਧਾ ਹੋ ਜਾਏਗਾ। ਬਿਕੋਜ਼ ਫਰੂਟਸ, ਮੈਡੀਕਲ ਹਰਬਸ, ਫਲਾਵਰਸ, ਵੈਜੀਟੇਬਲ, ਬਾਇਓਡੀਜ਼ਲ ਕ੍ਰੋਪਸ ਲਾਈਕ ਜੈਟਰੋਫਾ ਐਂਡ ਦਾ ਜੂਜੋਬਾ ਨੀਡਸ ਮੱਚ ਲੈਸ ਇਰੀਗੇਸ਼ਨ, ਕਹਿੰਦੇ ਕਿਉਂਕਿ ਇਹ ਸਾਰੀਆਂ ਫਸਲਾਂ ਨੂੰ ਜਿਹੜਾ ਬਹੁਤ ਘੱਟ ਇਰੀਗੇਸ਼ਨ ਸਿੰਜਾਈ ਦੀ ਲੋੜ ਪੈਂਦੀ ਹੈ ਦੈਨ ਰਾਈਸ ਔਰ ਸ਼ੂਗਰ ਕੇਨ, ਚੌਲਾਂ ਅਤੇ ਗੰਨੇ ਦੀ ਫਸਲ ਦੀ ਬਜਾਏ। ਇੰਡੀਆਸ ਡਿਵਰਸ ਕਲਾਈਮੇਟ ਕੈਨ ਬੀ ਹਾਰਨੈਸਡ ਟੂ ਗਰੋ ਏ ਵਾਈਡ ਰੇਂਜ ਆਫ ਹਾਈ ਵੈਲਿਊ ਕ੍ਰੋਪਸ, ਭਾਰਤ ਦੀ ਵਿਸ਼ਾਲਤਾ ਦੇ ਕਰਕੇ ਉਹਨੇ ਆਖਿਆ ਕਿ ਇੱਥੇ ਕਾਫੀ ਅਲੱਗ-ਅਲੱਗ ਭਿੰਨਤਾ ਵਾਲਾ ਕਲਾਈਮੇਟ ਹੈ ਜਿਸ ਵਿੱਚ ਅਸੀਂ ਕਈ ਤਰ੍ਹਾਂ ਦੀਆਂ ਕ੍ਰੋਪਸ ਉਗਾ ਸਕਦੇ ਹਾਂ। ਇਸ ਪੈਰਾਗ੍ਰਾਫ ਦੇ ਵਿੱਚ ਹੁਣ ਇਹ ਐਕਸਪਲੇਨ ਕੀਤਾ ਕਿ ਫੂਡ ਗ੍ਰੇਨਸ ਦਾ ਇੰਪੋਰਟ ਕਰਨ ਦਾ ਮਤਲਬ ਕਿ ਭਾਰਤ ਜਿਹੜਾ ਇੰਟਰਨੈਸ਼ਨਲ ਮਾਰਕੀਟ ਵਿੱਚ ਵੇਚੀਆਂ ਜਾਣ ਵਾਲੀਆਂ ਹਾਈ ਵੈਲਿਊ ਕ੍ਰੋਪਸ ਜਿਹੜਾ ਉਹਨਾਂ ਦੀ ਪ੍ਰੋਡਕਸ਼ਨ ਕਰੇ, ਉਹਨਾਂ ਨੂੰ ਪੈਦਾ ਕਰੇ। 1960 ਤੋਂ ਪਹਿਲਾਂ ਹਰੀ ਕ੍ਰਾਂਤੀ ਗ੍ਰੀਨ ਰੈਵੋਲਿਊਸ਼ਨ ਤੋਂ ਪਹਿਲਾਂ ਵੀ ਸਾਡੇ ਦੇਸ਼ ਦੇ ਲੋਕ, ਸਾਡੇ ਦੇਸ਼ ਦੀ ਗੌਰਮੈਂਟ ਬਾਹਰਲੇ ਦੇਸ਼ਾਂ ਕੋਲੋਂ ਅਨਾਜ ਮੰਗਵਾਉਂਦੀ ਸੀ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ, ਕਿਉਂਕਿ ਉਦੋਂ ਸਾਡੇ ਦੇਸ਼ ਵਿੱਚ ਇੰਨੀਆਂ ਕੈਮੀਕਲ ਖਾਦਾਂ ਜਾਂ ਫਰਟੀਲਾਈਜ਼ਰ ਯੂਜ਼ ਨਾ ਕਰਨ ਦਾ ਕਰਕੇ ਪ੍ਰੋਡਕਸ਼ਨ ਪੈਦਾਵਾਰ ਇੰਨੀ ਘੱਟ ਸੀ ਕਿ ਸਾਡੇ ਦੇਸ਼ ਦੀਆਂ ਲੋੜਾਂ ਪੂਰੀਆਂ ਨਹੀਂ ਸੀ ਕੀਤੀਆਂ ਜਾਂਦੀਆਂ। ਜਿੰਨੀ ਜ਼ਿਆਦਾ ਪਾਪੂਲੇਸ਼ਨ ਹੈ ਉਸ ਸਾਰੀ ਪਾਪੂਲੇਸ਼ਨ ਨੂੰ ਭੋਜਨ ਨਹੀਂ ਸੀ ਪ੍ਰੋਵਾਈਡ ਕੀਤਾ ਜਾ ਸਕਦਾ। ਸੋ ਉਸ ਸਮੇਂ ਇਸ ਨੂੰ ਇੱਕ ਡਿਜ਼ਾਸਟਰ ਦੇ ਵਾਂਗ ਦੇਖਿਆ ਜਾਂਦਾ ਸੀ, ਕਹਿੰਦੇ। ਪਰ ਅੱਜ ਦੇ ਦਿਨਾਂ ਵਿੱਚ ਅਗਰ ਇੰਡੀਆ ਦੇ ਲੋਕ ਸੈਰਲਸ ਜੇ ਅਨਾਜ ਵਾਲੀਆਂ ਫਸਲਾਂ ਬਾਹਰੋਂ ਮੰਗਵਾਉਂਦੇ ਆ ਔਰ ਇੱਥੇ ਹਾਈ ਵੈਲਿਊ ਵਾਲੀਆਂ ਪ੍ਰੋਡਕਟ ਕਮੋਡਿਟੀਜ਼ ਫਸਲਾਂ ਤਿਆਰ ਕਰਦੇ ਆ, ਫਿਰ ਭਾਰਤ ਦੇਸ਼ ਸਾਡਾ ਇਟਲੀ, ਇਜ਼ਰਾਈਲ, ਚਿਲੀ ਦੇ ਕਿਸਾਨਾਂ ਵਾਂਗ ਗਰੋ ਕਰ ਸਕਦਾ ਹੈ, ਉਹਨਾਂ ਕਿਸਾਨਾਂ ਵਾਂਗ ਤਰੱਕੀ ਕਰ ਸਕਦਾ ਹੈ। ਦੀ ਕੰਟਰੀਜ਼ ਐਕਸਪੋਰਟ ਫਾਰਮ ਪ੍ਰੋਡਕਟਸ, ਫਰੂਟਸ, ਓਲਾਈਵ, ਸਪੈਸ਼ਲੀ ਸੀਡਸ ਐਂਡ ਵਾਈਨ ਐਂਡ ਇੰਪੋਰਟ ਸੈਰਲਸ, ਕਹਿੰਦੇ ਇਹ ਲੋਕ ਕੀ ਕਰਦੇ ਆ, ਫਲ, ਓਲਾਈਵ, ਸਪੈਸ਼ਲਿਟੀ ਸੀਡਸ ਐਂਡ ਵਾਈਨ ਅਤੇ ਕੁਝ ਖਾਸ ਤਰ੍ਹਾਂ ਦੇ ਬੀਜ ਅਤੇ ਵਾਈਨ ਵਾਸਤੇ ਜੋ ਵੀ ਬੀਜ ਵਗੈਰਾ ਜਾਂ ਫਸਲਾਂ ਚਾਹੀਦੀਆਂ ਉਹਨਾਂ ਦੀ ਪੈਦਾਵਾਰ ਕਰਦੇ ਆ। ਸੈਰਲ ਬਾਕੀ ਨਾ ਜਿਹੜਾ ਇਹ ਇੰਪੋਰਟ ਕਰ ਲੈਂਦੇ, ਆਪਣੇ ਖਾਣ ਵਾਸਤੇ ਭੋਜਨ ਦੂਸਰੇ ਦੇਸ਼ਾਂ ਦੇ ਕੋਲੋਂ ਮੰਗਵਾ ਲੈਂਦੇ ਆ। ਆਰ ਵੀ ਰੈਡੀ ਟੂ ਟੇਕ ਦਿਸ ਰਿਸਕ, ਕਹਿੰਦੇ ਕਿ ਅਸੀਂ ਇਹ ਰਿਸਕ ਲੈਣ ਦੇ ਯੋਗ ਹੈਗੇ ਹਾਂ। ਡਿਬੇਟ ਦਿਸ ਦਾ ਇਸ਼ੂ, ਇਸ ਇਸ਼ੂ ਦੇ ਉੱਪਰ, ਮੁੱਦੇ ਦੇ ਉੱਪਰ ਡਿਬੇਟ ਕੀਤੀ ਜਾਵੇ। ਸੋ ਦਿਸ ਇਜ਼ ਦਾ ਟੋਪਿਕ ਫਾਰ ਟੂਡੇ ਐਂਡ ਐਂਡ ਆਫ ਦਾ ਚੈਪਟਰ। ਯੂ ਕੈਨ ਸੋਲਵ backside and this puzzle. After solving this puzzle or a backside, send us your pics. And during the lesson if you face any kind of problem you can ask your teacher.
ਥੈਂਕਸ, ਹੈਵ ਅ ਨਾਈਸ ਡੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।